ਆਦਿ ਕਰੋ ਗੁਰਦੇਵ ਕੋ ਬੰਦਨ। ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ। ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ। ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ। ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ। ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪ੍ਰਗਾਸ। ਮੂਹ ਉਚਰੈ ਸ਼ਾਸਤਰ ਖਾਟ। ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪੁਰਾਵਰ ਨਾਥ। ਜੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰ ਮਾਥ। ਗੁਰੂ ਨਾਨਕ ਸੁਖ ਸਿੰਧ ਕੋ। ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਢ ਅਗੀ। ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉ ਲੀਚੈ ਗਢ ਬੰਕਾ ਭਾਈ। ਦੋਵਰ ਕੋਟ ਅਰ ਦੇਵਰ ਖਾਈ। ਕਿਉ ਲੀਚੈ ਗਢ ਬੰਕਾ ਭਾਈ। ਦੋਵਰ ਕੋਟ ਅਰ ਦੇਵਰ ਖਾਈ। ਰਹਾਉ ਪਾਂਚ ਪਚੀਸ ਮੋਹ ਮਦ ਮਤ ਸਰ। ਆਟੀ ਪਰਬਲ ਮਾਇਆ। ਜਨ ਗਰੀਬ ਕੋ ਜੋਰ ਨਾ ਪਹੁੰਚੈ। ਕਹਾ ਕਰੋ ਰਘੁਰਾਇਆ। ਕਾਮ ਕਿਵਾਰੀ ਦੁਖ ਸੁਖ ਦਰਵਾਨੀ। ਪਾਪ ਪੁੰਨ ਦਰਵਾਜਾ। ਕ੍ਰੋਧ ਪ੍ਰਧਾਨ ਮਹਾ ਬਡ ਸੁੰਦਰ। ਤਹਿ ਮਨ ਮਾਵਾਸੀ ਰਾਜਾ। ਸਵਾਦ ਸਨਾਹਾ ਟੋਪ ਮਮਤਾ ਕੋ। ਕੁਬੁੱਧ ਕਮਾਨ ਚੜਾਈ। ਤਿਸਨਾ ਤੀਰ ਰਹੇ ਘਟ ਭੀਤਰ। ਇਉ ਗਢ ਲਿਓ ਨਾ ਜਾਈ। ਪ੍ਰੇਮ ਪਲੀਤਾ ਸੁਰਤ ਹਵਾਈ। ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਿਜ ਪਰ ਜਾਲੀ। ਇਕ ਹੈ ਚੋਟ ਸਿਝਾਇਆ। ਸਤ ਸੰਤੋਖ ਲੈ ਲਰਨੇ ਲਾਗਾ। ਤੋਰੇ ਦੋਏ ਦਰਵਾਜਾ। ਸਾਧ ਸੰਗਤ ਆਰ ਗੁਰ ਕੀ ਕਿਰਪਾ ਤੇ। ਪਕਰਿਓ ਗਢ ਕੋ ਰਾਜਾ। ਭਗਵਤ ਭੀਰ ਸਖਤ ਸਿਮਰਨ ਕੀ। ਕੱਟੀ ਕਾਲ ਭੈ ਫਾਸੀ। ਦਾਸ ਕਬੀਰ ਚੜਿਓ ਗੜ ਉਪਰ। ਰਾਜ ਲਿਓ ਅਬਿਨਾਸੀ। ਭਗਵਤ ਭੀਰ ਸਖਤ ਸਿਮਰਨ ਕੀ। ਕੱਟੀ ਕਾਲ ਭੈ ਫਾਸੀ। ਦਾਸ ਕਬੀਰ ਚੜਿਓ ਗੜ ਉਪਰ। ਰਾਜ ਲਿਓ ਅਬਿਨਾਸੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ।
ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਗੁਰੂ ਸਾਹਿਬ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਰਜਸ ਔਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਲਈ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਹੋ ਔਰ ਸੰਗਤਾਂ ਅਤੇ ਪ੍ਰਬੰਧਕਾਂ ਦੇ ਅੰਦਰ ਗੁਰੂ ਮਹਾਰਾਜ ਦੇ ਪਰਮ ਪਵਿੱਤਰ ਗੁਰਪੁਰਬ ਦਾ ਬੜਾ ਭਾਰੀ ਉਤਸ਼ਾਹ ਹੋ ਰਿਹਾ ਹੈ। 25, 26, 27 ਇਹਨਾਂ ਤਰੀਕਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੇ ਜੋ ਗੁਰਪੁਰਬ ਹਨ ਬੜੀ ਧੂਮ-ਧਾਮ ਦੇ ਨਾਲ ਮਨਾਏ ਜਾ ਰਹੇ ਹਨ ਔਰ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਇਹ ਸਾਰੇ ਸਮਾਗਮ ਆਰੰਭ ਕੀਤੇ ਜਾਂਦੇ ਹਨ ਔਰ ਸੰਪੂਰਨ ਹੁੰਦੇ ਹਨ। ਅੱਜ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਇਹ ਸਮਾਂ ਸਾਧ ਸੰਗਤ ਜੀ ਨੂੰ ਪ੍ਰਾਪਤ ਹੋ ਰਿਹਾ ਹੈ। ਸਰੀਰ ਇੱਕ ਕਿਲੇ ਦੀ ਨਿਆਈ ਹੈ, ਭਾਵੇਂ ਆਤਮਾ ਦੇ ਆਸਰੇ ਸਰੀਰ ਚੱਲ ਰਿਹਾ ਹੈ। ਮਨ ਇੰਦਰੀਆਂ ਨੂੰ ਪ੍ਰੇਰ ਕੇ ਇਹਦੇ ਉੱਤੇ ਆਪਣਾ ਕਬਜ਼ਾ ਰਾਜ ਕੀਤਾ ਹੋਇਆ ਹੈ ਔਰ ਪੰਜ ਜੋ ਵਿਕਾਰ ਹਨ ਇਹ ਬੜੇ ਹਾਵੀ ਹਨ। ਇਹਨਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪ੍ਰਾਪਤ ਕੀਤਾ ਜਾਏ, ਕਿਵੇਂ ਜਿੱਤ ਪ੍ਰਾਪਤ ਕੀਤੀ ਜਾਏ, ਕਿਉਂਕਿ ਉਹਨਾਂ ਸੰਤਾਂ ਭਗਤਾਂ ਦੇ ਕੋਲ ਗੁਰੂ ਮਹਾਰਾਜ ਦੇ ਪਾਸ ਵੀ ਸਮੇਂ ਦੇ ਨਾਲ ਅਨੇਕ ਤਰ੍ਹਾਂ ਦੇ ਜਿਗਿਆਸੂ ਆਉਂਦੇ ਸਨ। ਜੈਸੇ ਜੈਸੇ ਉਹਨਾਂ ਦੇ ਪ੍ਰਸ਼ਨ ਸਨ ਉਸੇ ਪ੍ਰਕਾਰ ਮਹਾਰਾਜ ਉਹਨਾਂ ਦੇ ਉੱਤਰ ਦੇ ਕੇ ਉਹਨਾਂ ਦੇ ਸ਼ੰਕਿਆਂ ਦੀ ਨਿਵਰਤੀ ਕਰਦੇ ਸਨ। ਇਸ ਤਰ੍ਹਾਂ ਹੁਣ ਭਗਤ ਜੀ ਦੇ ਪਾਸ ਵੀ ਪੁੱਛ ਪੜਤਾਲ ਵਾਸਤੇ ਬਹੁਤ ਤਰ੍ਹਾਂ ਦੇ ਪ੍ਰੇਮੀ ਆ ਜਾਂਦੇ ਸਨ। ਸ਼ਰਧਾਲੂ ਵੀ ਹੁੰਦੇ ਹਨ, ਨਾਸਤਿਕ ਵੀ ਹੁੰਦੇ ਹਨ। ਸ਼ਰਧਾਲੂਆਂ ਦੇ ਅਗਲੀ ਮੰਜ਼ਿਲ ਪ੍ਰਾਪਤ ਕਰਨ ਵਾਸਤੇ ਪ੍ਰਸ਼ਨ ਹੁੰਦੇ ਹਨ ਜਾਂ ਜਿਹੜੀਆਂ ਰੁਕਾਵਟਾਂ ਉਹਨਾਂ ਨੂੰ ਦੂਰ ਕਰਨ ਵਾਸਤੇ ਤਰਕਵਾਦੀ ਲੋਕ ਜਿਹੜੇ ਉਹ ਆਪਣੇ ਨਾਲ ਤਰਕ ਦਲੀਲ ਦੀਆਂ ਗੱਲਾਂ ਕਰਦੇ ਹਨ। ਉਹ ਮਹਾਂਪੁਰਸ਼ ਜਿਹੜੇ ਉਹਨਾਂ ਨੂੰ ਇਸੇ ਢੰਗ ਨਾਲ ਉਪਦੇਸ਼ ਦੇ ਕੇ ਉਹਨਾਂ ਦੇ ਵੀ ਸ਼ੰਕੇ ਨਿਵਰਤ ਕਰਦੇ ਹਨ। ਆਓ ਪਿਆਰ ਦੇ ਨਾਲ ਵਿਚਾਰ ਸ਼ਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਉ ਲੀਜੈ ਗੱਠ ਬੰਕਾ ਭਾਈ। ਇਹ ਜਿਹੜਾ ਸਰੀਰ ਰੂਪੀ ਕਿਲਾ ਹੈ ਬੜਾ ਬੰਕਾ ਸੁੰਦਰ ਹੈ, ਕਿਉਂਕਿ ਮਨੁੱਖ ਦੇ 84 ਲੱਖ ਜੂਨਾਂ 'ਚੋਂ ਸਰਵੋਤਮ ਔਰ ਸ੍ਰੇਸ਼ਟ ਮੰਨਿਆ। ਇਹ ਜਿਹੜਾ ਗੜ੍ਹ
ਸਰੀਰ ਰੂਪੀ ਕਿਲਾ ਹੈ। ਮਨ ਇਹਦੇ 'ਤੇ ਆਪਣਾ ਰਾਜ ਕਰਕੇ ਬੈਠਾ ਹੈ। ਇਸ ਕਿਲੇ ਨੂੰ ਕਿਵੇਂ ਜਿੱਤਿਆ ਜਾਏ, ਕਿਵੇਂ ਮੋਰਚੇ ਵਿੱਚ ਬੈਠ ਕੇ ਵਿਕਾਰਾਂ 'ਤੇ ਜਿੱਤ ਜਾਂ ਫਤਿਹ ਪ੍ਰਾਪਤ ਕੀਤੀ ਜਾ ਸਕੇ। ਦੋਵਰ ਕੋਟ ਆਰ ਤੇਵਰ ਖਾਈ। ਇਹ ਦੋਹਰਾ ਕੋਟ ਹੈ, ਰਾਗ ਦਵੈਸ਼ ਰੂਪੀ, ਅਤੇ ਤਿੰਨ ਤਰ੍ਹਾਂ ਦੀ ਸਤੋ ਰਜੋ ਤਮੋ। ਇਹ ਜਿਹੜੀ ਤ੍ਰੈਗੁਣ ਆਤਮਕ ਮਾਇਆ ਹੈ, ਜਿਵੇਂ ਕਿਲਿਆਂ ਦੇ ਦੁਆਲੇ ਖਾਲੀ ਹੁੰਦੀ ਹੈ, ਪਾਣੀ ਨਾਲ ਭਰੀ ਹੁੰਦੀ ਹੈ, ਕਿ ਜਲਦੀ ਜਲਦੀ ਦੁਸ਼ਮਣ ਨੇੜੇ ਨਾ ਆ ਸਕੇ, ਇਹ ਐਸੀ ਖਾਲੀ ਬਣੀ ਹੋਈ ਹੈ। ਵਿਸਰਾਮ ਦੇ ਕੇ ਭਗਤ ਜੀ ਅੱਗੇ ਦੱਸਦੇ ਹਨ। 5-25 ਮੋਹ ਮਦ ਮਤ ਸਰ। ਪੰਜ ਤੱਤ ਆਕਾਸ਼, ਵਾਯੂ, ਅਗਨੀ, ਜਲ ਅਤੇ ਧਰਤੀ ਜਿਹੜੀ ਹੈ, ਇਹਨਾਂ ਪੰਜਾਂ ਦੇ ਤੱਤਾਂ ਨੂੰ ਜਦੋਂ ਇੱਕ ਦੂਜੇ ਨਾਲ ਮਿਸ਼ਰਣ ਕਰਦੇ ਹਾਂ ਅਤੇ ਇੱਕ ਮੁੱਖ ਭਾਗ ਅਤੇ ਚਾਰ ਉਹਦੇ ਜੁਦੇ, ਉਹ ਫਿਰ 5-5 ਬਣ ਜਾਂਦਾ ਹੈ। ਉਹਨੂੰ 25 ਪ੍ਰਕਿਰਤੀਆਂ ਕਹਿੰਦੇ ਹਨ। ਇਹ 5 ਤੱਤ ਅਤੇ ਜਿਹੜੇ 25 ਪ੍ਰਕਿਰਤੀਆਂ ਆਦਿਕ ਹਨ। ਮੋਹ ਮਦ ਮਤ ਸਰ। ਇਹ ਮੋਹ ਆ, ਮਦ ਹੰਕਾਰ ਹੈ, ਮਤਸਰ ਜਿਹੜੀ ਈਰਖਾ ਹੈ। ਆਟੀ ਪਰਬਲ ਮਾਇਆ। ਇਸੇ ਤਰ੍ਹਾਂ ਜਿਹੜੀ ਮਾਇਆ ਇਹ ਵੀ ਬਹੁਤ ਵੱਡੀ ਪਰਵਲ ਬਲ ਵਾਲੀ ਹੈ। ਇਹ ਸਰਪ ਨੇ ਉੱਪਰ ਨਹੀਂ ਕੋ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਕਿਉਂਕਿ ਇਸ ਮਾਇਆ ਨੇ ਜਿਹੜੇ ਸ੍ਰਿਸ਼ਟੀ ਦੇ ਹਰਤੇ ਕਰਤੇ ਕਹਾਉਂਦੇ ਹੈ, ਪਰਮੇਸ਼ਰੀ ਮਾਇਆ ਜਿਹੜੀ ਹੈ ਉਹਨਾਂ ਨੂੰ ਵੀ ਛਲ ਲੈਂਦੀ ਹੈ। ਆ ਛਲ ਛਲਾਈ ਨੇ ਚਲੈ, ਕਿਉਂ ਘਾਓ ਕਟਾਰਾ ਕਰ ਸਕੈ। ਪਰ ਜੇ ਉਹਦੀ ਸ਼ਰਨ ਲਈਏ ਫਿਰ ਇਹਦੇ ਛਲਾਂ ਤੋਂ ਬਚਿਆ ਜਾ ਸਕਦਾ। ਨਹੀਂ ਤਾਂ ਫਿਰ ਜੇ ਕੋਈ ਹਉਮੈ ਧਾਰਦਾ ਹੈ, ਇਹ ਮਾਇਆ ਦੇ ਛਲ ਛਲੇਡੇ ਆ, ਉਹਨਾਂ ਛਲਾਂ ਵਿੱਚ ਇਹ ਛਲਿਆ ਜਾਂਦਾ ਹੈ। ਜਨ ਗਰੀਬ ਕੋ ਜੋਰ ਨਾ ਪਹੁੰਚੈ। ਮੈਂ ਜਨ ਗਰੀਬ ਦਾਸ ਹਾਂ। ਇਸ ਮਾਇਆ ਅੱਗੇ ਸਾਡਾ ਕੋਈ ਜ਼ੋਰ ਨਹੀਂ ਪਹੁੰਚਦਾ ਕਿ ਅਸੀਂ ਇਹਦੇ ਜਾਲ ਤੋਂ ਬਚ ਸਕੀਏ। ਅਤੇ ਤੁਸੀਂ ਆਪ ਕਿਰਪਾ ਕਰਦੇ ਹੋ। ਸੋ ਛੂਟੈ ਜਿਨ ਸਤਿਗੁਰ ਪਾਇਆ। ਜਿਹਨੂੰ ਪੂਰਾ ਗੁਰੂ ਮਿਲ ਜਾਏ ਨਾ, ਉਹ ਤਾਂ ਮਾਇਆ ਦੇ ਜਾਲ ਤੋਂ ਛੁਟਕਾਰਾ ਪਾ ਲੈਂਦਾ ਹੈ। ਨਹੀਂ ਤਾਂ ਵੱਡੇ ਵੱਡੇ ਨਾਰਦ ਦੇ ਮਨ ਵਿੱਚ ਹੋਇਆ ਸੀ ਨਾ, ਕਹਿਣ ਲੱਗਾ ਜੀ ਮੈਂ 5 ਐਬਾਂ ਵਿਕਾਰਾਂ ਨੂੰ ਜਿੱਤ ਲਿਆ। ਇਹ ਬ੍ਰਹਮਾ ਜੀ ਕੋ ਗਿਆ, ਉਹਨੂੰ ਇਹ ਗੱਲ ਕਹੀ। ਉਹ ਕਹਿਣ ਲੱਗਾ ਮੇਰੇ ਕੋ ਤਾਂ ਘਰ ਬੈਠਾ ਗਾਹ ਨਾ ਕਰੀ। ਇਹਨੇ ਕਿਹਾ ਇਹਨੇ ਤਾਂ ਮੇਰਾ ਪੁੱਤ ਜਾਣ ਕੇ ਕੋਈ ਸਤਿਕਾਰ ਹੀ ਨਹੀਂ ਕੀਤਾ। ਇਹ ਸ਼ਿਵ ਜੀ ਕੋ ਚਲੇ ਗਿਆ। ਸ਼ਿਵ ਜੀ ਨੂੰ ਜਾ ਕੇ ਕਿਹਾ। ਉਹ ਕਹਿਣ ਲੱਗਾ ਤੂੰ ਗੁਪਤ ਰਹਿ, ਹਉਮੈ ਨਾ ਕਰ। ਵਿਸ਼ਨੂੰ ਕੋ ਤੂੰ ਇਹ ਗੱਲ ਨਹੀਂ ਕਰਨੀ। ਇਸ ਨੇ ਕਿਹਾ ਵੀ ਭੰਗ ਧਤੂਰਾ ਪੀਣ ਵਾਲਾ ਹੀ, ਇਸ ਨੇ ਵੀ ਕੋਈ ਸਤਿਕਾਰ ਨਹੀਂ ਕੀਤਾ। ਵਿਸ਼ਨੂੰ ਕੋ ਚਲੇ ਗਿਆ, ਮਹਾਰਾਜ ਜੀ ਮੈਂ 5 ਵਿਕਾਰਾਂ ਨੂੰ ਜਿੱਤ ਲਿਆ ਹੈ। ਉਹ ਚੁੱਪ ਰਿਹਾ। ਉਹਨੇ ਕਿਹਾ ਹੁਣ ਇਹਦੇ ਅੰਦਰ ਸੂਖਸ਼ਮ ਹਉਮੈ ਦਾ ਭਾਵ ਪੈਦਾ ਹੋ ਗਿਆ ਹੈ। ਉਹਨਾਂ ਨੇ ਫਿਰ ਆਪਣੀ ਸ਼ਕਤੀ ਦੇ ਨਾਲ ਇੱਕ ਸਵੰਬਰ ਰਚ ਦਿੱਤਾ। ਕੋਈ ਰਾਜਾ ਹੈ, ਉਸ ਦੀ ਕੰਨਿਆ ਦਾ ਵਿਆਹ ਸ਼ਾਦੀ ਦਾ ਸਮਾਗਮ ਰਚਿਆ ਹੋਇਆ ਹੈ ਅਤੇ ਉਹਨੂੰ ਇਜਾਜ਼ਤ ਸੀ ਕਿ ਉਹ ਆਪਣੀ ਇੱਛਾ ਨਾਲ ਚੋਣ ਕਰੇ ਅਤੇ ਜਿੱਥੇ ਉਹਦਾ ਮਨ ਮੰਨੇ ਉਹਦੇ ਗਲ 'ਚ ਜੈਮਾਲਾ ਪਾ ਦੇਵੇ। ਅਤੇ ਹੁਣ ਇਹਦੇ ਮਨ 'ਚ ਵੀ ਉਹ ਪਰਮੇਸ਼ਰੀ ਮਾਇਆ ਨੇ ਆਪਣਾ ਪ੍ਰਭਾਵ ਬਣਾਇਆ ਅਤੇ ਇਹ ਜਿਲੇ ਗਿਆ ਅਤੇ ਉੱਥੇ ਜਾ ਕੇ
ਦੇਖਦਾ, ਕਹਿੰਦੇ ਤੂੰ ਆਪਣਾ ਮੂੰਹ ਤਾਂ ਦੇਖ ਪਹਿਲਾਂ। ਇਹ ਫਿਰ ਵਿਸ਼ਨੂੰ ਕੋ ਆਇਆ ਕਿ ਕੋਈ ਸਮੇਂ ਲਈ ਮੈਨੂੰ ਆਪਣਾ ਰੂਪ ਦੇ ਦਿਓ। ਉਹ ਕਹਿੰਦੇ ਜਾ ਹਰ ਹੋ ਜਾ। ਹਰ ਨਾਮ ਬਾਂਦਰ ਦਾ ਵੀ ਹੈ। ਇਹ ਉੱਥੇ ਆ ਗਿਆ। ਉਹ ਹੁਣ ਜਿਹੜੇ ਸਵੰਬਰ ਵਿੱਚ ਆਇਆ, ਉਹ ਰਾਜ ਕੰਨਿਆ ਜੈ ਮਾਲਾ ਲੈ ਕੇ ਘੁੰਮ ਰਹੀ ਹੈ। ਇਹ ਮੁੜ ਮੁੜ ਕੇ ਮੂਹਰੇ ਹੁੰਦਾ। ਕਿਸੇ ਨੇ ਕਿਹਾ ਤੂੰ ਆਪਣਾ ਮੂੰਹ ਤਾਂ ਦੇਖ ਪਹਿਲਾਂ। ਜਿਹੜੇ ਮੂੰਹ ਦੇਖਿਆ ਅਤੇ ਉਹ ਬਾਂਦਰ ਦਾ ਸੀ। ਇਹ ਫਿਰ ਵਿਸ਼ਨੂੰ ਕੋ ਆਇਆ, ਤੂੰ ਮੇਰੇ ਨਾਲ ਛਲ ਕੀਤਾ, ਹਾਂਜੀ ਤੈਨੂੰ ਵੀ ਇੱਕ ਸਮਾਂ ਆਏਗਾ, ਤੂੰ ਬਾਂਦਰਾਂ ਦੀ ਸਹਾਇਤਾ ਨਾਲ ਜੈ ਪ੍ਰਾਪਤ ਕਰੇਗਾ। ਸੋ ਜਿਵੇਂ ਦੱਸਦੇ ਫਿਰ ਰਾਮਚੰਦਰ ਜੀ ਸਮਾਂ ਆਇਆ ਅਤੇ ਫਿਰ ਉਹ ਬਨਵਾਸ ਗਏ ਅਤੇ ਰਾਵਣ ਨੇ ਸੀਤਾ ਚੁਰਾ ਕੇ ਲੈ ਗਿਆ। ਉਦੋਂ ਦੱਸਦੇ ਫਿਰ ਇਸ ਤਰ੍ਹਾਂ ਸੁਗਰੀਵ ਦੀ ਸਹਾਇਤਾ ਦੇ ਨਾਲ ਉਹਨਾਂ ਨੇ ਫਿਰ ਉਹ ਵਿਜੇ ਪ੍ਰਾਪਤ ਕੀਤੀ ਸੀ। ਇਸ ਤਰ੍ਹਾਂ ਦੀਆਂ ਪੁਰਾਣਾਂ ਦੇ ਵਿੱਚ ਕੁਝ ਕਹਾਣੀਆਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਭਾਵ ਕੀ ਹੈ ਕਹਾਣੀ ਦਾ ਕਿ ਜਿਹੜੀ ਈਸ਼ਵਰੀ ਮਾਇਆ ਹੈ ਉਹ ਛਲ ਰੂਪ ਹੈ। ਜੇ ਕੋਈ ਹਉਮੈ ਕਰੇ ਤਾਂ ਇਸ ਮਾਇਆ ਦੇ ਛਲਾਂ ਤੋਂ ਬਚਣਾ ਬੜਾ ਔਖਾ ਹੈ। ਇਸ ਕਰਕੇ ਕਹਿੰਦੇ ਇਹ ਇਤਨੀ ਵੱਡੀ ਮਹਾਨ ਪ੍ਰਬਲ ਮਾਇਆ ਹੈ। ਜਨ ਗਰੀਬ ਕੋ ਜੋਰ ਨਾ ਪਹੁੰਚੈ। ਜਨ ਜੋ ਦਾਸ ਗਰੀਬ ਹੈ, ਮਾਇਆ ਤੋਂ ਜਾਲ ਤੋਂ ਛੁੱਟਣ ਲਈ ਨਾ ਸਾਡਾ ਕੋਈ ਜ਼ੋਰ ਬਲ ਤਾਣ ਨਹੀਂ ਪਹੁੰਚਦਾ ਕਿ ਅਸੀਂ ਮਾਇਆ ਦੀ ਜਾਲੀ ਨੂੰ ਤੋੜ ਸਕੀਏ। ਜੋ ਕਿਰਪਾ ਕਰਦਾ ਹੈ ਫਿਰ ਤਾਂ ਕੋਈ ਔਖਾ ਵੀ ਨਹੀਂ। ਅਤੇ ਆਪਣੇ ਯਤਨ ਨਾਲ ਮਾਇਆ ਦੇ ਛਲ ਛਲੇਵਿਆਂ ਤੋਂ ਬਚਣਾ ਬਹੁਤ ਹੀ ਔਖਾ ਕਠਿਨ ਹੈ। ਰਘੂ ਜੋ ਸਾਰੇ ਛੋਟਿਆਂ ਗਰੀਬਾਂ ਨੂੰ ਨਿਵਾਜਣ ਵਾਲਾ ਪਰਮੇਸ਼ਰ ਹੈ। ਹੇ ਰਾਜਾ ਰੂਪੀ ਸਤਿਗੁਰੂ ਪ੍ਰਕਾਸ਼ ਰੂਪ, ਅਸੀਂ ਇਸ ਮਾਇਆ ਦੇ ਅੱਗੇ ਕੀ ਕਰ ਸਕਦੇ ਹਾਂ? ਜੇ ਤੁਸੀਂ ਆਪ ਕਰੋ ਫਿਰ ਹੀ ਬਚਾਅ ਹੋ ਸਕਦਾ ਹੈ। ਕਾਮ ਕਿਵਾਰੀ ਦੁਖ ਸੁਖ ਦਰ ਗਾਂਧੀ। ਹਾਂ, ਇਹ ਜਿਹੜੇ ਵਕਾਰ ਹੈ ਇਹ ਤਾਂ ਸਾਧ ਸੰਗੀ ਬੜੇ ਬੜੇ ਕੁਵਾਰ ਅਤੇ ਜਿਹੜੇ ਦੁੱਖ ਸੁੱਖ ਆ ਇਹ ਦੋ ਦਰਵਾਨ 'ਚ ਹੀ ਖਲੋਤੇ ਹਨ। ਪਾਪ ਪੁੰਨ ਦਰਵਾਜਾ। ਪਾਪ ਤੇ ਪੁੰਨ ਦੋ ਦਰਵਾਜ਼ੇ ਤਖ਼ਤ 'ਤੇ ਜੜੇ ਹੋਏ ਹਨ। ਕ੍ਰੋਧ ਪ੍ਰਧਾਨ ਮਹਾਬਡ ਸੁੰਦਰ। ਇਹ ਕ੍ਰੋਧ ਜਿਹੜਾ ਬੜਾ ਪ੍ਰਧਾਨ ਸ਼੍ਰੋਮਣੀ ਬਣਿਆ ਬੈਠਾ ਸਰੀਰ ਰੂਪੀ ਕਿਲੇ ਦੇ ਵਿੱਚ, ਇਸ ਨੇ ਬੜਾ ਦੁੰਦਰ ਦੁੰਦ ਰੌਲਾ ਗੋਲਾ ਮਚਾਇਆ ਹੋਇਆ ਹੈ। ਤਹਿ ਮਨ ਮਾਵਾਸੀ ਰਾਜਾ। ਇਹ ਮਨ ਜਿਹੜਾ ਹੈ ਇਹ ਆਤਮਾ ਤੋਂ ਬੇਮੁਖ ਹੋ ਕੇ ਆਪੇ ਹੀ ਮਵਾਸੀ ਆਕੀ ਹੋਇਆ ਸਰੀਰ ਰੂਪੀ ਕਿਲੇ ਦਾ ਰਾਜਾ ਬਣਿਆ ਹੋਇਆ ਹੈ। ਸਵਾਦ ਸਨਾਹ ਟੋਪ ਮਮਤਾ ਕੋ। ਇਹ ਜਿੰਨੇ ਸਵਾਦ ਰਸ ਕਸ ਇਹ ਸਨਾਹ ਸੰਜੋ ਪਹਿਨੇ ਹੈ। ਔਰ ਫਿਰ ਪੜੋ ਸਵਾਦ ਸਨਾਹ ਟੋਪ ਮਮਤਾ ਕੋ। ਜਿਹੜੀ ਮਮਤਾ ਹੈ ਪਦਾਰਥਾਂ ਦੀ, ਇਹ ਇੱਕ ਟੋਪ ਲਿਆ ਹੋਇਆ, ਜਿਵੇਂ ਫੌਜੀ ਜਿਹੜੇ ਹੁੰਦੇ ਆ ਸਿਰ 'ਤੇ ਉਹ ਲੋਹੇ ਦਾ ਟੋਪ ਜਿਹਾ ਲੈ ਲੈਂਦੇ ਆ, ਕੋਈ ਸ਼ਾਸਤਰ ਦਾ ਬਾਰ ਵਗੈਰਾ ਨਾ ਹੋਵੇ, ਇਸ ਨੇ ਟੋਪ ਲਿਆ ਹੋਇਆ ਹੈ। ਕਬੁੱਧ ਕਮਾਨ ਚੜਾਈ। ਕੋਟੀ ਬੁੱਧੀ ਰੂਪੀ ਜਿਹੜੀ ਕਮਾਨ ਹੈ ਇਸ ਨੂੰ ਚੜਾਇਆ ਹੋਇਆ ਹੈ। ਇਸ ਨਾ ਪੀਰ ਰਹੇ ਘਟ ਭੀਤਰ। ਇਹ ਜਿਹੜਾ ਸਰੀਰ ਰੂਪੀ ਕਿਲਾ ਦੇ ਅੰਦਰ ਜਿਹੜੇ ਤ੍ਰਿਸ਼ਨਾ ਰੂਪੀ ਤੀਰ ਆ ਉਹ ਹਿਰਦੇ ਰੂਪੀ ਪੱਥੇ ਦੇ ਵਿੱਚ ਭਰੇ ਹੋਏ ਹਨ। ਕਿਉ ਗਠ ਲਿਓ ਨਾ ਜਾਈ। ਕਹਿੰਦੇ ਜਦੋਂ ਤੱਕ ਇਹ ਮੋਹ ਰਾਜਾ ਆਪਣੀ ਇਸ ਤਰ੍ਹਾਂ ਦੀ ਸੈਨਾ ਸੂਰਵੀਰ ਲੈ ਕੇ ਬੈਠਾ ਹੈ, ਉਦੋਂ ਤੱਕ ਵਿਵੇਕ ਰੂਪੀ ਜਿਹੜਾ ਰਾਜਾ ਹੈ ਇਸ ਕਿਲੇ 'ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਹੈ। ਪ੍ਰੇਮ ਪਲੀਤ
ਪਲੀਤਾ ਸੁਰਤ ਹਵਾਈ। ਇਹ ਭਗਤ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹ ਕਿਲ੍ਹਾ ਫਤਿਹ ਕਿਵੇਂ ਕੀਤਾ ਜਾਏ। ਕਹਿੰਦੇ ਪ੍ਰੇਮ ਦਾ ਪਲੀਤਾ, ਪੁਰਾਣਿਆਂ ਦੀਆਂ ਸਨ ਬੰਦੂਕਾਂ ਤੋਪਾਂ, ਉਹ ਫੀਤਾ ਜਿਹਾ ਹੁੰਦਾ ਸੀ, ਉਹਨੂੰ ਫਿਰ ਅੱਗ ਲਾਉਂਦੇ ਸੀ, ਉਹ ਜਾ ਕੇ ਬਰੂਦ ਨੂੰ ਲੱਗਦੀ ਸੀ, ਫਿਰ ਉਹ ਗੋਲਾ ਗੋਲੀ ਚੱਲਦੇ ਸਨ। ਅੱਜ ਕੱਲ੍ਹ ਤਾਂ ਐਟੋਮੈਟਿਕ ਹਥਿਆਰ ਆ ਗਏ ਨਾ, ਸਮੇਂ ਨਾਲ ਬਦਲ ਗਿਆ ਹੈ। ਪ੍ਰੇਮ ਰੂਪੀ ਪਲੀਤਾ ਹੈ ਸੁਰਤ ਹਵਾਈ। ਫਿਰ ਜਿਹੜੀ ਮਤਾਬੀ ਹੁੰਦੀ ਹਵਾਈ, ਉਹਦੇ ਨਾਲ ਅੱਗ ਲਾਉਂਦੇ ਹੁੰਦੇ ਸੀ। ਹਾਂਜੀ, ਕਹਿੰਦੇ ਜਿਹੜਾ ਪ੍ਰੇਮ ਦਾ ਪਲੀਤਾ ਹੈ ਅਤੇ ਸੁਰਤ ਹਵਾਈ, ਅਤੇ ਜਿਹੜੀ ਸੁਰਤ ਹਵਾਈ ਕੀ ਮਤਾਬੀ ਇਸ ਪਲੀਤੇ ਨੂੰ ਅੱਗ ਦਾਗਣ ਵਾਲੀ ਹੈ। ਗੋਲਾ ਗਿਆਨ ਚਲਾਇਆ। ਇਹ ਅਗਿਆਨਤਾ ਰੂਪੀ ਕਿਲੇ ਨੂੰ ਫਤਿਹ ਕਰਨ ਵਾਸਤੇ ਗਿਆਨ ਰੂਪੀ ਗੋਲਾ ਚਲਾਉਣਾ ਕੀਤਾ ਹੈ। ਬ੍ਰਹਮ ਅਗਨ ਸਹਿਜ ਪਰ ਜਾਲੀ। ਸਹਿਜ ਵਿਚਾਰ ਦੁਆਰਾ ਇਹ ਬ੍ਰਹਮ ਗਿਆਨ ਰੂਪੀ ਅਗਨੀ ਜਿਹੜੀ ਪ੍ਰਜਵਲਿਤ ਕੀਤੀ ਹੈ। ਇੱਕ ਹੈ ਚੋਟ ਸਿਝਾਇਆ। ਇੱਕੋ ਹੀ ਐਸੀ ਗਿਆਨ ਗੋਲੇ ਦੀ ਚੋਟ ਵੱਜੀ ਜਿਹਦੇ ਨਾਲ ਜਿਹੜਾ ਕਿਲ੍ਹਾ ਸੀ ਗਿਆਨ ਰੂਪੀ ਢਹਿ ਢੇਰੀ ਕਰਕੇ ਸਜਾਇਆ ਮੈਨੇ ਤੇ ਜਿੱਤ ਪ੍ਰਾਪਤ ਕਰ ਲੈਣਾ ਕੀਤੀ ਹੈ। ਸਤ ਸੰਤੋਖ ਲੈ ਡਰਨੇ ਲਾਗਾ। ਉਧਰ ਮੋਹ ਰੂਪੀ ਰਾਜੇ ਕੋ ਦੇ ਕਾਮ ਕ੍ਰੋਧ ਮੋਹ ਹੰਕਾਰ, ਇਹ ਉਹਦੇ ਸੂਰਮੇ ਸੀ ਨਾ। ਅਤੇ ਇੱਧਰ ਫਿਰ ਜਿਹੜਾ ਵਿਵੇਕ ਰੂਪੀ ਰਾਜਾ ਸੀ, ਉਸ ਨੇ ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ ਆਦਿਕ ਜਿਹੜੇ ਸੂਰਮੇ ਸੀ ਲੈ ਕੇ ਨਾ ਪੰਜਾਂ ਬਕਾਰਾਂ ਨਾਲ ਲੜਨੇ ਲੱਗਾ ਹੈ। ਕਿਉਂਕਿ ਜਿਹੜਾ ਇਹ ਬਕਾਰ ਰੂਪੀ ਸ਼ਤਰੂ ਹੈ, ਇਸ ਨੂੰ ਜਿੱਤਣ ਵਾਸਤੇ ਵਸਤੂ ਵਿਚਾਰ ਹੈ, ਕ੍ਰੋਧ ਨੂੰ ਜਿੱਤਣ ਵਾਸਤੇ ਖਿਮਾ ਹੈ, ਲੋਭ ਨੂੰ ਜਿੱਤਣ ਵਾਸਤੇ ਸੰਤੋਖ ਹੈ, ਮੋਹ ਨੂੰ ਜਿੱਤਣ ਵਾਸਤੇ ਗੁਰੂ ਚਰਨਾਂ ਦਾ ਪਿਆਰ ਹੈ, ਅਤੇ ਹੰਕਾਰ ਨੂੰ ਜਿੱਤਣ ਵਾਸਤੇ ਨਿਮਰਤਾ ਹੈ। ਐਸੇ ਜਿਹੜੇ ਇਹ ਸੂਰਮੇ ਸੀ ਸਤ ਸੰਤੋਖ ਆਦਿਕ ਲੈ ਕੇ ਲੜਨੇ ਲੱਗਿਆ ਹੈ। ਤੋਰੇ ਦੋਏ ਦਰਵਾਜਾ। ਇਹ ਜਿਹੜੇ ਰਾਗ ਦਵੈਸ਼ ਰੂਪੀ ਦੋਨੋਂ ਦਰਵਾਜ਼ੇ ਸੀ, ਇਹਨਾਂ ਨੂੰ ਤੋੜ ਦੇਣਾ ਕੀਤਾ ਹੈ। ਸਾਧ ਸੰਗਤ ਆਰ ਗੁਰ ਕੀ ਕਿਰਪਾ ਤੇ। ਸਾਧੂ ਦੀ ਸੰਗਤ ਅਤੇ ਗੁਰੂ ਦੀ ਕਿਰਪਾ ਦੇ ਨਾਲ ਪਕੜਿਓ ਗੜ ਕੋ ਰਾਜਾ। ਇਹ ਗੜ੍ਹ ਦਾ ਜਿਹੜਾ ਰਾਜਾ ਮੋਹ ਸੀ ਨਾ, ਇਹਨੂੰ ਪਕੜ ਲਿਆ ਹੈ। ਅਤੇ ਪੰਡਿਤ ਗੁਲਾਬ ਸਿੰਘ ਜੀ ਨੇ ਇੱਕ ਗ੍ਰੰਥ ਬਣਾਇਆ ਹੈ, ਉਹਦਾ ਨਾਂ ਹੈ ਪ੍ਰਬੋਧ ਚੰਦਰ ਨਾਟਕ। ਉਹਦੇ ਵਿੱਚ ਸਾਰੀ ਇਹ ਵਿਆਖਿਆ, ਇੱਕ ਪਾਸੇ ਮੋਹ ਰੂਪੀ ਰਾਜਾ ਹੈ, ਇੱਕ ਪਾਸੇ ਵਿਵੇਕ ਰੂਪੀ ਰਾਜਾ ਹੈ। ਜਿਸ ਤਰ੍ਹਾਂ ਦੁਨਿਆਵੀ ਤੌਰ 'ਤੇ ਦੋ ਫੌਜਾਂ ਲੜਦੀਆਂ, ਉਹ ਆਪੋ ਆਪਣੇ ਦਾ ਘਾਹ ਕਰਦੀਆਂ ਹਨ। ਇਹਦੇ ਵਿੱਚ ਉਹ ਸਾਰੀ ਵਿਆਖਿਆ ਉਹਨਾਂ ਨੇ ਦੱਸੀ ਹੈ ਕਿ ਇਹ ਮੋਹ ਰੂਪੀ ਰਾਜਾ, ਉਸ ਨੇ ਜਿਸ ਤਰ੍ਹਾਂ ਫਫੇ ਕੁੱਟਣੀਆਂ ਹੁੰਦੀਆਂ ਉਹ ਰੱਖੀਆਂ ਆ, ਉਹ ਦਾ ਘਾਹ ਲਾਉਂਦੀਆਂ ਹਨ। ਆਸਾ ਹੈ, ਤ੍ਰਿਸ਼ਨਾ ਹੈ, ਮਮਤਾ ਹੈ, ਔਰ ਇਸੇ ਤਰ੍ਹਾਂ ਇੱਧਰ ਵਿਵੇਕ ਰੂਪੀ ਰਾਜਾ ਹੈ, ਉੱਧਰ ਕਰੁਣਾ ਹੈ, ਮੈਤਰੀ ਹੈ, ਮੁਦਤਾ ਹੈ, ਅਪੇਖਿਆ ਹੈ। ਕਰੁਣਾ ਕਿਰਪਾ ਕਰਨੀ, ਮੁਦਤਾ ਦੂਏ ਦਾ ਜਸ ਦੇਖ ਕੇ ਪ੍ਰਸੰਨ ਹੋਣਾ, ਈਰਖਾ ਨਾ ਕਰਨੀ, ਔਰ ਮੈਤਰੀ ਹਰੇਕ ਨਾਲ ਮਿੱਤਰ ਭਾਵ ਹੋਣਾ, ਕਿਸੇ ਨਾਲ ਬੈਰ ਵਿਰੋਧ ਨਾ ਕਰਨਾ। ਅਪੇਖਿਆ ਲੋੜ ਤੋਂ ਵੱਧ ਕੋਈ ਵਸਤੂ ਗ੍ਰਹਿਣ ਨਾ ਕਰਨੀ, ਔਰ ਜੇ ਵਾਧੂ ਹੋਵੇ ਉਹ ਭਲੇ ਪਾਸੇ ਖਰਚ ਕਰ ਦੇਣੀ। ਸੋ ਇਸ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਗੁਣ ਆ, ਅਤੇ ਉੱਧਰ ਦੈਵੀ ਹੈ ਸਤ ਸੰਤੋਖ ਧੀਰਜ ਵਿਵੇਕ ਆਦਿਕ ਜਿਹੜੇ ਹੈਗੇ ਆ, ਉਹ ਫਿਰ ਜਿਵੇਂ ਦੋ ਫੌਜਾਂ ਬਣਾ ਕੇ ਜੰਗ ਕੀਤਾ ਜਾਂਦਾ,
ਫਿਰ ਆਪੋ ਆਪਣੇ ਦਾ ਕਾ ਲਾਉਂਦੇ ਕਿਸ ਤਰ੍ਹਾਂ ਜਿੱਤ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਹੀ ਉਸ ਗ੍ਰੰਥ ਦੇ ਵਿੱਚ ਉਹਦਾ ਨਾਂ ਰੱਖਿਆ ਪ੍ਰਬੋਧ ਚੰਦਰ ਨਾਟਕ। ਗਿਆਨ ਰੂਪੀ ਚੰਦਰਮਾ ਦਾ ਪ੍ਰਕਾਸ਼ ਤੋਂ ਹੋਣਾ, ਹਿਰਦੇ 'ਚੋਂ ਅਗਿਆਨਤਾ ਦਾ ਜਿਹੜਾ ਅੰਧਕਾਰ ਹਨੇਰਾ ਹੈ ਉਸ ਨੂੰ ਨਿਵਰਤ ਕਰਨਾ, ਦੂਰ ਕਰਨਾ। ਉਹ ਇੱਕ ਨਾਟਕ ਜਿਹੜਾ ਖੇਲਿਆ ਗਿਆ ਹੈ ਅਤੇ ਬੜਾ ਸੁੰਦਰ ਉਹ ਗ੍ਰੰਥ ਹੈ। ਉਹਦਾ ਅਸੀਂ ਅਨੁਵਾਦ ਕਰਕੇ ਨੈੱਟ 'ਤੇ ਵੀ ਪਾਇਆ ਹੋਇਆ ਹੈ, ਉਹ ਪੜ੍ਹ ਸੁਣ ਸਕਦੇ, ਵਿਚਾਰ ਸਕਦੇ ਹੋ। ਸੋ ਇਸ ਵਾਸਤੇ ਇਹ ਹੁਣ ਜਿਹੜੇ ਕਬੀਰ ਜੀ ਨੇ ਵਿਚਾਰ ਦਿੱਤੇ, ਜੋ ਗ੍ਰੰਥ ਪੜ੍ਹੇ ਹੋਏ ਹੋਣ ਫਿਰ ਉਹ ਵਿਆਖਿਆ ਕਰਨੀ ਬੜੀ ਸੌਖੀ ਹੋ ਜਾਂਦੀ ਹੈ। ਉਸ ਤਰ੍ਹਾਂ ਸ਼ਬਦ ਬੜੇ ਮਹਿੰਗੇ ਲੱਗਦੇ ਆ। ਸੋ ਇਸ ਕਰਕੇ ਕਬੀਰ ਸਾਹਿਬ ਜੀ ਦੱਸਦੇ ਆ ਕਿ ਫਿਰ ਉਹ ਜਦੋਂ ਪ੍ਰੇਮ ਦਾ ਪਲੀਤਾ ਗਿਆਨ ਦਾ ਗੋਲਾ ਚਲਾਇਆ, ਇਹ ਜਿਹੜੇ ਅਗਿਆਨ ਰੂਪੀ ਕਿਲੇ ਦੇ ਦੋ ਦਰਵਾਜ਼ੇ ਸੀ, ਮੋਹ ਰੂਪੀ ਰਾਜਾ ਜਿਹੜਾ ਸੀ ਇਹ ਮਵਾਸੀ ਆਕੀ ਹੋ ਕੇ ਬੈਠਾ ਹੋਇਆ ਸੀ। ਪ੍ਰੇਮ ਪਲੀਤਾ ਸੁਰਤਾ ਹਵਾਈ, ਪ੍ਰੇਮ ਦਾ ਪਲੀਤਾ ਦਿੱਤਾ ਅਤੇ ਜਿਹੜੀ ਸੁਰਤੀ ਸੀ ਸ਼ਬਦ ਨਾਲ ਜੋੜੀ, ਇਹ ਕਹਿੰਦੇ ਹਵਾਈ ਜਿਹੜੀ ਮਤਾਬੀ ਸੀ ਉਸ ਨੂੰ ਅਗਨੀ ਦੇਣ ਲਈ ਹਾਂਜੀ ਪ੍ਰਚੰਡ ਕੀਤੀ ਗਈ। ਗੋਲਾ ਗਿਆਨ ਚਲਾਇਆ, ਗਿਆਨ ਦਾ ਗੋਲਾ ਜਿਹੜਾ ਸੀ ਉਹ ਚਲਾਉਣਾ ਕੀਤਾ ਹੈ। ਅਤੇ ਜਦੋਂ ਗੋਲਾ ਵੱਜਦਾ ਤੋਪ ਦਾ, ਉਵੇਂ ਦਰਵਾਜ਼ੇ ਨਹੀਂ ਭੱਜਦੇ ਨਾ, ਉਹ ਗੋਲਾ ਫਿਰ ਭੰਨ ਤੋੜ ਦਿੰਦਾ ਹੈ। ਜਿਵੇਂ ਲੋਹਗੜ੍ਹ ਦਾ ਕਿਲ੍ਹਾ ਸੀ ਸ਼੍ਰੀ ਅਨੰਦਪੁਰ ਸਾਹਿਬ, ਉਹ ਕਿਲ੍ਹਾ ਫਤਿਹ ਨਹੀਂ ਸੀ ਹੁੰਦਾ। ਇਹਨਾਂ ਪਹਾੜੀਆਂ ਨੇ ਫਿਰ ਉਹ ਵਿਚਾਰ ਕੀਤੀ ਕਿਵੇਂ ਦਰਵਾਜ਼ਾ ਤੋੜਿਆ ਜਾਏ। ਇਹਦਾ ਨਾਂ ਹੀ ਲੋਹਗੜ੍ਹ ਸੀ। ਜਿਵੇਂ ਲੋਹੇ ਦਾ ਗੜ੍ਹ ਕਿਲ੍ਹਾ ਤੋੜਨਾ ਔਖਾ ਨਾ, ਬੜਾ ਮਜ਼ਬੂਤ ਸੀ। ਆਨੰਦਗੜ੍ਹ ਸੀ, ਕੇਸਗੜ੍ਹ ਸੀ, ਫਤਿਹਗੜ੍ਹ ਸੀ, ਨਿਰਮੋਹਗੜ੍ਹ ਸੀ, ਇਸ ਤਰ੍ਹਾਂ ਤਾਰਾਗੜ੍ਹ ਸੀਗਾ, ਹੋਲਗੜ੍ਹ ਸੀ, ਅਗੰਮਗੜ੍ਹ ਸੀ। ਅਤੇ ਲੋਹਗੜ੍ਹ ਮਹਾਰਾਜ ਨੇ ਕਿਲ੍ਹੇ ਜਿਹੜੇ ਸੀ ਸ਼੍ਰੀ ਅਨੰਦਪੁਰ ਸਾਹਿਬ ਬਣਾਏ ਹੋਏ ਸੀਗੇ ਦੁਸ਼ਮਣਾਂ ਤੋਂ ਸੁਰੱਖਿਆ ਵਾਸਤੇ ਔਰ ਬੈਰੀ 'ਤੇ ਫਤਿਹ ਪਾਉਣ ਵਾਸਤੇ। ਉਹ ਫਿਰ ਇਹਨਾਂ ਨੇ ਵਿਚਾਰ ਕੀਤੀ ਵੀ ਕਿਵੇਂ, ਉਵੇਂ ਤਾਂ ਲੜ ਭਿੜ ਕੇ ਦੇਖ ਲਿਆ, ਬਹੁਤ ਕੁਝ ਮਰਾ ਲਿਆ ਬੰਦੇ। ਫਿਰ ਇੱਕ ਹਾਥੀ ਜਿਹੜਾ ਸੀ ਉਹਨੂੰ ਬੜੀ ਸ਼ਰਾਬ ਸ਼ਰੂਬ ਪਹਿਲੇ ਤੋੜਦੀ ਪਲਾਈ, ਉਹਦਾ ਸਰੀਰ ਲੋਹੇ ਨਾਲ ਮੜ ਕੇ ਢਾਲਾਂ ਢੂਲਾਂ ਬੰਨ੍ਹ ਦਿੱਤੀਆਂ ਅਤੇ ਨੰਗੀਆਂ ਤਲਵਾਰਾਂ ਸੁੰਡ ਨਾਲ ਬੰਨ੍ਹ ਦਿੱਤੀਆਂ। ਇਹ ਮਾਰੇਗਾ ਟੱਕਰ ਤੋੜੇਗਾ, ਜਿਹੜਾ ਆਏਗਾ ਸੁੰਡ ਘੁਮਾ ਕੇ ਕਿਰਪਾਨਾਂ ਦੇ ਨਾਲ ਉਹਨਾਂ ਨੂੰ ਮਾਰੀ ਮੁਕਾਈ ਜਾਏਗਾ। ਅਤੇ ਮਾਰਨ ਨੂੰ ਦੱਸਿਆ ਸੀ ਵੀ ਪਹਾੜੀਆਂ ਨੇ ਇਸ ਤਰ੍ਹਾਂ ਦਾ ਇਹ ਢੰਗ ਰੰਗ ਜਿਹਾ ਕੀਤਾ ਹੋਇਆ ਵੀ ਮਤਵਾਲਾ ਹਾਥੀ ਭੇਜ ਰਹੇ ਆ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਸਾਡੇ ਕੋਲ ਵੀ ਦੁਨੀ ਚੰਦ ਨਾਂ ਦਾ ਹਾਥੀ ਹੈ। ਅਤੇ ਜਦੋਂ ਦੁਨੀ ਚੰਦ ਨੂੰ ਪਤਾ ਲੱਗਿਆ, ਮੈਨੂੰ ਤਾਂ ਅਣਿਆਈ ਮੋਤੇ ਮਰਾਉਣ ਲੱਗੇ ਆ। ਉਹ ਭਾਈ ਦਇਆ ਸਿੰਘ ਹੋ ਗਿਆ ਅਤੇ ਕਹਿਣ ਲੱਗੇ ਤੂੰ ਕਿਉਂ ਡਰੀ ਜਾਂਦਾ, ਮਹਾਰਾਜ ਦਾ ਕੌਤਕ ਹੈ, ਤੈਨੂੰ ਮਰਾਉਂਦੇ ਨਹੀਂ, ਕੋਈ ਵਡਿਆਈ ਦੇਣੀ ਹੈ। ਕਹਿੰਦੇ ਇਹ ਨਹੀਂ ਵੀ ਮੇਰਾ ਸਾਥ ਨਹੀਂ ਦਿੱਤਾ। ਫਿਰ ਮਹਾਰਾਜ ਦੇ ਜਰਨੈਲ ਉਦੈ ਸਿੰਘ ਹੋ ਗਿਆ, ਆਲਮ ਸਿੰਘ ਵਿੱਚ ਸਾਰਿਆਂ ਨੇ ਸਲਾਹ ਕੀਤੀ ਆਪਾਂ ਨਸ ਚੱਲੀਏ। ਉਹ ਕਹਿੰਦੇ ਵੀ ਅਸੀਂ ਤਾਂ ਜਾਂਦੇ ਨਹੀਂ, ਦੇਖ ਲੈ ਤੂੰ ਵੀ ਘਬਰਾ ਨਾ, ਮਹਾਰਾਜ ਦੇ ਚੋਜੇ ਹੀ ਹੈ, ਮਹਾਰਾਜ ਨੇ ਤੈਨੂੰ ਬਰਕਤ ਹੀ ਦੇਣੀ ਆ। ਇਹ ਤਾਂ ਐਵੇਂ ਉਹਨਾਂ ਦੇ ਇਸ ਤਰ੍ਹਾਂ ਦੇ ਪਰਚੇ ਪਾਉਂਦੇ ਹੀ ਰਹਿੰਦੇ ਆ ਰੋਜ਼, ਪਰ ਹੁਣ ਮਨ ਕਿੱਥੇ ਖੜ੍ਹੇ। ਇਹ ਫਿਰ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਵੀ ਆਪਾਂ ਕਿਲੇ ਤੋਂ ਕੰਧ ਟੱਪੀਏ। ਭਾਰ ਜ਼ਿਆਦਾ ਸੀ, ਉਹ ਖੇਂਜ ਰੱਸਾ ਸੁੱਟਿਆ, ਭਾਰ ਕਰਕੇ ਰੱਸਾ ਟੁੱਟ ਗਿਆ, ਲੱਤ ਟੁੱਟ ਗਈ। ਉਹ ਫਿਰ ਜਿਹੜੇ ਮਸੰਦ ਸੀ ਉਸ ਇਲਾਕੇ ਦਾ, ਇਹਦੇ ਚੇਲੇ ਜਾ ਡੜੇ ਸੀਗੇ, ਇਹਨੂੰ ਫਿਰ ਮੰਜੇ 'ਤੇ ਪਾ ਕੇ ਲੈ ਗਿਆ। ਹੁਣ ਉੱਥੇ ਸ਼ਰਮ ਦਾ ਮਾਰਾ ਬਾਹਰ ਨਿਕਲਦਾ ਨਹੀਂ, ਅਤੇ
ਕੁਦਰਤੀ ਕਿਰਿਆ ਲਈ ਨਿਕਲਿਆ ਅਤੇ ਉਹ ਸੱਪ ਸੀ, ਹਨੇਰਾ ਸੀ, ਡੰਗ ਮਾਰਿਆ ਮਰ ਗਿਆ। ਇਹਦੇ ਜਿਹੜੇ ਫਿਰ ਗਾਹਾਂ ਪੁੱਤ ਪੋਤੇ ਸੀ ਉਹਨੇ ਮਹਾਰਾਜ ਤੋਂ ਆ ਕੇ ਮਾਫੀ ਮੰਗੀ ਸੀ ਵੀ ਮਹਾਰਾਜ ਹੁਣ ਗਲਤੀ ਕੀਤੀ ਹੈ, ਸਾਨੂੰ ਮਾਫ ਕਰ ਦਿਓ। ਇੱਧਰ ਹੁਣ ਭਾਈ ਬਚਿੱਤਰ ਸਿੰਘ ਜਿਹੜੇ ਮਹਾਰਾਜ ਦੇ ਜਰਨੈਲ ਉਦੈ ਸਿੰਘ ਦੇ ਭਰਾ ਭਾਈ ਮਨੀ ਸਿੰਘ ਦੇ ਹੋਣਹਾਰ ਸੁਪੁੱਤਰ ਸੀਗੇ। ਮਹਾਰਾਜ ਕਹਿੰਦੇ ਸਾਡਾ ਇਹ ਬਵਰ ਸ਼ੇਰ ਹੈਗਾ, ਉਹਨੂੰ ਫਿਰ ਨਾਗਣੇ ਵਰਸ਼ੀ ਦਿੱਤੀ ਸੀ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਸੁਭਾਇਮਾਨ ਆ। ਉਹ ਫਿਰ ਉਹਨਾਂ ਨੇ ਮਹਾਰਾਜ ਦੇ ਆਸ਼ੀਰਵਾਦ ਲੈ ਕੇ ਐਸਾ ਵਾਰ ਕੀਤਾ ਸੀ, ਉਹ ਸੱਤੇ ਫਲਾਦੀ ਤਵੀਆਂ ਬਿੰਨ ਕੇ ਅਤੇ ਹਾਥੀ ਨੂੰ ਭਜਾਇਆ ਸੀ। ਹਾਥੀ ਸਿੰਘਾਂ ਨੂੰ ਮਾਰਨ ਵਾਸਤੇ ਲੋਹਗੜ੍ਹ ਦਾ ਕਿਲ੍ਹਾ ਤੋੜਨ ਲਈ ਲਿਆਏ ਸੀ। ਉਲਟਾ ਉੱਧਰ ਜਾ ਕੇ ਉਹਨਾਂ ਨੂੰ ਵੱਢਦਾ ਟੁੱਕਦਾ ਪੈਰਾਂ ਥੱਲੇ ਰੌਂਦਦਾ ਚਲੇ ਗਿਆ ਸੀ, ਅਤੇ ਜਿਹੜੀ ਉਹ ਬਿਉਂਤ ਬਣਾਉਣੀ ਚਾਹੁੰਦੇ ਸੀ ਉਹ ਸਾਰੀ ਉਲਟੀ ਪੈ ਗਈ। ਸੋ ਇਸੇ ਵਾਸਤੇ ਇਹ ਦੁਨਿਆਵੀ ਤੌਰ 'ਤੇ ਵੀ ਐਸਾ ਹੈ, ਕਿਉਂਕਿ ਇੱਧਰ ਸਤ ਸੰਤੋਖ ਦਇਆ ਧਰ ਧੀਰਜ ਵਿਵੇਕ ਨੂੰ ਧਾਰਨ ਵਾਲੇ ਸੂਰਮੇ ਸੀਗੇ, ਅਤੇ ਉੱਧਰ ਦੁਸ਼ਟ ਚੌਂਕੜੀ ਸੀ। ਜਿਹੜੇ ਦੁਸ਼ਟ ਚੌਂਕੜੀ ਹੁੰਦੇ ਉਹਨਾਂ ਦੇ ਹਥਿਆਰ ਇਹ ਹੀ ਹੁੰਦੇ ਆ, ਕਾਮ ਕ੍ਰੋਧ ਹੰਕਾਰ ਦੇ ਅਧੀਨ ਹੋਏ ਉਹ ਗੁਰੂਆਂ ਪੀਰਾਂ ਦੇ ਨਾਲ ਆ ਕੇ ਕਹਿਬਾਜੀ ਮੱਥਾ ਲਾਉਂਦੇ ਆ। ਪਰ ਜਿਵੇਂ ਹੁਣ ਮੱਛਰ ਪਾੜ ਨੂੰ ਟੱਕਰ ਮਾਰੇ ਤਾਂ ਕੀ ਕਰੂਗਾ। ਸੋ ਇਸੇ ਤਰ੍ਹਾਂ ਹੀ ਆ ਇਹ ਜਿਹੜੇ ਦੁਸ਼ਟ ਲੋਕ ਹੈਗੇ ਆ, ਚਾਹੇ ਉਹ ਬਾਹਰੀ ਤੌਰ 'ਤੇ ਹੈ ਚਾਹੇ ਅੰਤਰੀਵੀ ਤੌਰ 'ਤੇ ਅੰਦਰ ਇਨਸਾਨ ਦਾ ਨੁਕਸਾਨ ਕਰਦੇ ਆ, ਉਹ ਦੋਹਾਂ ਵਾਸਤੇ ਵਿਚਾਰ ਹੈਗੀ ਆ। ਪ੍ਰੇਮ ਪਲੀਤਾ, ਪ੍ਰੇਮ ਦਾ ਪਲੀਤਾ ਅਤੇ ਸੁਰਤ ਹਵਾਈ, ਜਿਹੜੀ ਸੁਰਤੀ ਵਿਰਤੀ ਮਾਰਨ ਨਾ ਜੋੜਨੀ, ਇਹ ਤਾਂ ਮਤਾਬੀ ਜਾਣ ਲਓ। ਗੋਲਾ ਗਿਆਨ ਚਲਾਇਆ, ਇਹ ਮੋਹ ਰੂਪੀ ਰਾਜਾ, ਅਤੇ ਜਿਹੜਾ ਇਸ ਸਰੀਰ ਦੇ ਵਿੱਚ ਅਗਿਆਨਤਾ ਰੂਪੀ ਕਿਲ੍ਹਾ ਬਣਾ ਕੇ ਚੌਧਰੀ ਰਾਜਾ ਮਵਾਸੀ ਹੋ ਕੇ ਬੈਠਾ। ਅਤੇ ਕਹਿੰਦੇ ਇਸ ਤਰ੍ਹਾਂ ਉਸ ਦੇ ਉੱਤੇ ਜਦੋਂ ਇਹ ਵਾਰ ਕੀਤਾ ਗਿਆ ਅਤੇ ਫਿਰ ਕਹਿੰਦੇ ਉਹ ਜਿਹੜਾ ਮਵਾਸੀ ਰਾਜਾ ਸੀ ਗੜ੍ਹ ਦਾ, ਪਕੜ ਲਿਆ, ਉਹਦੀਆਂ ਮੁਸ਼ਕਾਂ ਬੰਨ੍ਹ ਲਈਆਂ। ਜਦੋਂ ਹਾਰ ਜਾਏ ਇਹ ਦੁਸ਼ਮਣ ਜਿਹੜਾ ਵਿਰੋਧੀ ਹੱਥ ਆਵੇ, ਹੱਥ ਕੜੀਆਂ ਬੇੜੀਆਂ ਪਾ ਲੈਂਦੇ ਆ ਨਾ, ਇਸ ਤਰ੍ਹਾਂ ਫਿਰ ਕਹਿੰਦੇ ਆ ਕਿ ਭਗਤ ਜੀ ਕਹਿੰਦੇ ਇਹ ਜਿਹੜਾ ਅੰਦਰ ਇਸ ਤਰ੍ਹਾਂ ਦਾ ਧੁੰਦ ਮਚਾਉਣ ਵਾਲੇ ਰਾਗ ਦਵੈਸ਼ ਸੀਗੇ, ਅਤੇ ਹਿਰਦੇ ਰੂਪੀ ਕਮਾਨ ਦੇ ਵਿੱਚ ਉਹ ਤ੍ਰਿਸ਼ਨਾ ਰੂਪੀ ਤੀਰ ਰੱਖ ਕੇ ਚਲਾ ਕੇ, ਅਤੇ ਜਿਹੜੇ ਸ਼ੁਭ ਗੁਣ ਇਹਨਾਂ ਦਾ ਨਾਸ ਕਰਨਾ ਚਾਹੁੰਦੇ ਸੀ। ਪਰ ਵਿਵੇਕ ਰਾਜੇ ਨੇ ਇਹਨਾਂ ਸਾਰਿਆਂ ਨੂੰ ਨਾਮ ਭਜਨ ਦੀ ਸ਼ੁਭ ਉਪਦੇਸ਼ ਦੀ ਖੁਰਾਕ ਦੇ ਕੇ ਪਕੜੇ ਕੀਤਾ ਹੋਇਆ ਸੀ ਸਤਸੰਗ ਦੇ ਨਾਮ ਬਾਣੀ ਦੇ ਬਲ ਨਾਲ, ਜਿਹਦੇ ਨਾਲ ਇਹ ਮੋਹ ਰੂਪੀ ਮਵਾਸੀ ਜਿਹੜਾ ਰਾਜਾ ਸੀ ਇਹਦੇ 'ਤੇ ਵਿਜੇ ਪ੍ਰਾਪਤ ਕਰਨਾ ਕੀਤੀ ਹੈ। ਸਾਧ ਸੰਗਤ ਆਰਿ ਗੁਰ ਕੀ ਕਿਰਪਾ ਤੇ। ਇਹ ਭਗਤ ਜੀ ਫਿਰ ਜਿੱਤ ਕਿਵੇਂ ਪ੍ਰਾਪਤ ਹੋਵੇ। ਕਹਿੰਦੇ ਇੱਕ ਤਾਂ ਸਾਧ ਸੰਗਤ, ਸੰਗਤ ਬਿਨਾਂ ਗੱਲ ਬਣਦੀ ਨਹੀਂ ਨਾ। ਅੱਜ ਹੁਣ ਇਨਸਾਨ ਕਿਉਂ ਠੇਡੇ ਖਾ ਰਿਹਾ, ਕਰ ਕਰ ਕਲੇਸ਼ ਕਿਉਂ? ਇਹਦਾ ਅਕਸਰ ਕਾਰਨ ਤਾਂ ਕੋਈ ਹੈ ਨਾ। ਜੇ ਤਾਂ ਕਾਰਨ ਪਤਾ ਲੱਗ ਜਾਏ ਫਿਰ ਉਹਦਾ ਉਪਾਅ ਵੀ ਬੰਦਾ ਸੋਚੇਗਾ। ਕਾਰਨ ਇਹ ਹੈ ਕਿ ਕੁਸੰਗਤ ਬਹੁਤ ਵੱਧ ਗਈ ਹੈ, ਸੰਗਤ ਅਸੀਂ ਕਰਦੇ ਨਹੀਂ। ਜੇ ਗੁਰਦੁਆਰਿਆਂ 'ਚ ਆਉਂਦੇ ਹਾਂ ਸਿਰਫ ਘੁੰਮ ਘੁਮਾ ਕੇ ਚਲੇ ਜਾਂਦੇ ਹਾਂ, ਕਥਾ ਵਾਰਤਾ ਤਾਂ ਸੁਣਦੇ ਹੀ ਨਹੀਂ। ਨਾ ਕੋਈ ਗੁਰਬਾਣੀ ਦੀ ਗੱਲ ਸੁਣਨੀ ਆ, ਨਾ ਕੋਈ ਇਤਿਹਾਸ ਦੀ ਸੁਣਨੀ ਆ, ਨਾ ਬਹਿ ਕੇ ਕੋਈ ਹਾਂਜੀ ਭਜਨ ਬਾਣੀ ਕਰਨੀ ਆ, ਅਤੇ ਨਾ ਕੋਈ ਸੇਵਾ ਹੀ ਕਰਨੀ ਆ। ਬਸ ਜਿਵੇਂ ਆਮ ਹਾਂਜੀ ਦੁਨੀਆ ਜਾਂਦੀ ਹੈ ਸੈਲ ਸਪਾਟੇ ਲਈ, ਇਸ ਢੰਗ ਨੇ ਗੁਰੂ ਘਰ ਵਿੱਚ ਆਉਂਦੇ ਆ। ਅਤੇ ਆ ਜਿਹੜੇ ਗੁਰਪੁਰਬ ਹੈ ਇਹਨਾਂ 'ਤੇ ਵੀ ਇਸ ਤਰ੍ਹਾਂ ਹੁੰਦਾ, ਬਾਬੇ ਦਾ ਮੇਲਾ ਦੇਖ ਆਈਏ। ਜੋੜ ਮੇਲਾ ਆਖਰ ਤਾਂ ਹੁਣ ਚਲੇ ਗਿਆ, ਜੋੜਨ ਵਾਲੀ ਗੱਲ ਨਹੀਂ, ਬਸ ਉਹ ਇਸ ਤਰ੍ਹਾਂ ਹੀ ਆ। ਅਤੇ ਉਹ ਸੰਗਤ ਵਾਲੀ ਗੱਲ ਨਹੀਂ ਹੈ।
ਜਾਂ ਫਿਰ ਆਪਣੀਆਂ ਫੋਟੋਆਂ ਖਿੱਚੀ ਗਏ, ਘੁੰਮ ਘੁਮਾ ਲਿਆ। ਅਤੇ ਬਾਕੀ ਦਿਨਾਂ ਵਾਰਾਂ 'ਤੇ ਹੁਣ ਲੰਗਰ ਪਾਣੀ ਵੀ ਕਾਫੀ ਲੱਗਦੇ ਆ, ਪਦਾਰਥ ਬਹੁਤ ਤਰ੍ਹਾਂ ਦੇ ਹੁੰਦੇ ਆ। ਬਹੁਤੇ ਤਾਂ ਫਿਰ ਉਹ ਟੇਸਟ ਹੀ ਲੈਂਦੇ ਰਹਿੰਦੇ ਆ ਕਿ ਫਲਾਣੇ ਪਾਸ ਚਲੀਏ, ਉੱਥੇ ਪਕੌੜੇ ਬੜੇ ਗਰਮਾ ਗਰਮ ਕਰਾਰੇ ਬਣੇ ਆ, ਜਲੇਬੀਆਂ ਬਣੀਆਂ ਹੋਈਆਂ, ਅਤੇ ਉੱਥੇ ਕੜੀ ਚੰਗੀ ਬਣੀ ਹੋਈ ਹੈ। ਸੋ ਇਸ ਵਾਸਤੇ ਇਸ ਤਰ੍ਹਾਂ ਦਾ ਬਰਗਰ ਉੱਥੇ ਮਿਲਦੇ ਆ ਜੀ ਖਾਣ ਨੂੰ, ਇਸ ਤਰ੍ਹਾਂ ਦਾ ਪਨੀਰ ਵਾਲੀ ਤਾਂ ਸਬਜ਼ੀ ਬਣੀ ਹੋਈ ਹੈ। ਸੋ ਉਹ ਫਿਰ ਗੁਰਪੁਰਬ 'ਤੇ ਜਾਣ ਦਾ ਜਿਹੜਾ ਕੰਮ ਸੀ ਨਾ, ਉਹ ਨਹੀਂ ਜ਼ਿਆਦਾ। ਫਿਰ ਉਹ ਚਸਕੇ ਜਿਹੜੇ ਉਹਦੇ ਵਾਸਤੇ। ਸੋ ਆ ਕੇ ਸੰਗਤ 'ਚ ਨਹੀਂ ਬੈਠਣਾ, ਕਥਾ ਕੀਰਤਨ ਨਹੀਂ ਸੁਣਨਾ, ਕੋਈ ਨਾਮ ਅਭਿਆਸ ਨਹੀਂ ਕਰਨਾ, ਕੋਈ ਸਿਮਰਨ ਨਹੀਂ ਕਰਨਾ ਹੈ। ਸੋ ਇਹਦੇ ਕਰਕੇ ਫਿਰ ਉਹ ਆਇਆਂ ਨੂੰ ਵੀ ਬਹੁਤਾ ਕੋਈ ਲਾਭ ਵਗੈਰਾ ਨਹੀਂ ਹੁੰਦਾ। ਕਈ ਤਾਂ ਫਿਰ ਆ ਦੀਵਾਨ ਲੱਗਾ ਹੋਊਗਾ, ਕਵੀ ਦਰਬਾਰ ਹੋਣਗੇ, ਕੀਰਤਨ ਦਰਬਾਰ ਹੋਏਗਾ, ਕਿੰਨੇ ਸੋਹਣੇ ਪ੍ਰਬੰਧਕਾਂ ਨੇ ਉਹ ਗਲੀਚੇ ਵਗੈਰਾ ਵਿਛਾਏ ਹੁੰਦੇ ਆ। ਉਹਨਾਂ ਨੂੰ ਕੀ ਹੈ ਕਿ ਉਹ ਤਾਂ ਗੁਰੂ ਘਰ ਨੂੰ ਹੀ ਵੇਲੇ ਆਉਣਾ, ਇਹ ਫਿਰ ਉੱਥੇ ਜਾ ਕੇ ਮੂੰਗਫਲੀਆਂ ਚੱਬਦੇ ਆ ਜਾਂ ਗਦੋਲੀ ਲੈ ਕੇ ਪਏ ਹੁੰਦੇ ਆ ਕਿ ਭਾਈ ਜੀ ਜਿੰਨਾ ਮਰਜ਼ੀ ਪ੍ਰਚਾਰ ਕਰੋ, ਆਪਾਂ ਰਜਾਈ 'ਚ ਮੂੰਹ ਸਿਰ ਲਪੇਟਿਆ, ਤੁਹਾਡੀ ਗੱਲ ਕੋਈ ਨਹੀਂ ਸੁਣਨੀ, ਖੁਸ਼ੀ ਸੁਣਾਓ ਸਾਨੂੰ। ਉਹ ਜਿਹੜੇ ਜਾਗਦੇ ਆ ਬਹੁਤੇ ਉਹ ਮੂੰਗਫਲੀ ਖਾਂਦੇ ਹੁੰਦੇ ਆ, ਅਤੇ ਜਿਹੜੇ ਸਵੇਰੇ ਕਥਾ ਨੂੰ ਜਾਈਏ ਅਤੇ ਸਾਰਾ ਉਹ ਮੂੰਗਫਲੀਆਂ ਦੀਆਂ ਛਿੱਲਾਂ ਨਾਲ ਭਰਿਆ ਹੁੰਦਾ ਵੀ ਮੂੰਗਫਲੀ ਕੀ ਸਗਾਤ ਹੈ। ਅਤੇ ਆਏ ਸੀ ਕੋਈ ਮਹਾਰਾਜ ਦੇ ਗੁਰਪੁਰਬ 'ਤੇ ਕੋਈ ਕਥਾ ਕੀਰਤਨ ਸੁਣਨ ਵਾਸਤੇ, ਇਹ ਕਿੱਡੀ ਕੁ ਸਗਾਤ ਸੀ ਜਿਹੜੀ ਇੱਥੇ ਆ ਕੇ ਖਾਣ ਲੱਗੇ। ਇਹਦੇ ਜਿੱਥੇ ਮਰਜ਼ੀ ਬਹਿ ਕੇ ਰੇਹੜੀ ਵਾਲੇ ਤੋਂ ਲੈ ਕੇ ਖਾ ਲੈਂਦੇ, ਪਰ ਸਾਡੀ ਹਾਲਤ ਕਿਉਂ ਉਵੇਂ ਕਹਾਉਂਦੇ ਅਸੀਂ ਬਹੁਤ ਪੜ੍ਹੇ ਲਿਖੇ ਹਾਂ, ਬੜੇ ਸੂਝਵਾਨ ਹਾਂ, ਆਪਣੇ ਘਰ ਦੀ ਤਾਂ ਸਫਾਈ ਕਰਨਗੇ ਪਰ ਗੁਰੂ ਘਰ ਦੀ ਨਹੀਂ ਕਰਨੀ। ਅਤੇ ਜਾਂ ਸਰਾਂ ਵਿੱਚ ਕਮਰੇ ਲੈਣੇ ਆ ਕਿ ਸਾਨੂੰ ਅਟੈਚ ਬਾਥਰੂਮ ਮਿਲੇ, ਉੱਥੇ ਵੀ ਪੂਰਾ ਗੰਦ ਪਾ ਕੇ ਜਾਣਾ, ਅਤੇ ਆਪੇ ਭਾਈ ਜੀ ਕਰਦੇ ਰਹਿਣਗੇ। ਅਤੇ ਬਾਅਦ ਵਿੱਚ ਵੀ ਯਾਤਰੂ ਆਉਣੇ ਆ, ਫਿਰ ਕੋਈ ਸਾਫ ਸਫਾਈ ਕਰਕੇ ਬਸ ਤਰਿਆ ਉਹਨਾਂ ਦੀ ਕੋਈ ਤਹਿ ਲਾ ਕੇ ਜਾਓ, ਕੋਈ ਛਿੱਲਾਂ ਨਾ ਖਿਲਾਰੋ ਫਲਾਂ ਦੀਆਂ ਜਾਂ ਕੋਈ ਹੋਰ ਗੰਦ ਨਾ ਪਾਓ। ਬਾਅਦ ਵੀ ਹੁਣ ਜਿਹੜਾ ਆਊਗਾ ਯਾਤਰੂ ਗਾਲਾਂ ਹੀ ਕੱਢਿਆ ਅਤੇ ਪਤਾ ਨਹੀਂ ਕਿਹੜਾ ਆਇਆ ਸੀ ਆ ਗੰਦ ਪਾ ਕੇ ਗਿਆ ਹੈਂ। ਪਰ ਇੱਧਰ ਨਹੀਂ, ਕਿਉਂਕਿ ਅੰਦਰ ਕੋਈ ਭਾਵਨਾ ਨਹੀਂ ਹੈ, ਸ਼ਰਧਾ ਨਹੀਂ ਹੈ। ਸੋ ਇਸ ਕਰਕੇ ਆਉਣਾ ਜਾਣਾ ਜਿਹੜਾ ਹੈਗਾ, ਹੁਣ ਗੁਰਪੁਰਬ ਹੋਣਾ, ਅੱਗੇ ਪਿੱਛੇ ਕਿਸੇ ਨੇ ਸਫਾਈ ਨਹੀਂ ਕਰਨੀ। ਜਿੱਦਣ ਮਹਾਰਾਜ ਦੀ ਪਾਲਕੀ ਸਾਹਿਬ ਜਾਏਗੀ, ਮੋਹਰੇ ਝਾੜੂ ਦੇਣ ਲੱਗ ਜਾਣਗੇ, ਉਹ ਪੰਜਾਂ ਪਿਆਰਿਆਂ ਦੇ ਚਰਨਾਂ ਵਿੱਚ ਝਾੜੂ ਮਾਰਨਗੇ, ਅੜਾ ਕੇ ਮਹਾਰਾਜ 'ਤੇ ਪਾਉਣਗੇ। ਮੋਹਰੇ ਮੂਵੀ ਵਾਲਾ ਲੈ ਆਉਣਾ, ਫਿਰ ਦੱਸਣਾ ਅਸੀਂ ਤਾਂ ਜੀ ਬਹੁਤ ਸੇਵਾਦਾਰ ਹਾਂ, ਮਹਾਰਾਜ ਦੇ ਨਾਲ ਵੀ ਅਸੀਂ ਛਾਲ ਕਰਦੇ ਹਾਂ, ਹੇਰਾ ਫੇਰੀ ਕਰਦੇ ਹਾਂ। ਅਤੇ ਜੇ ਮਹਾਰਾਜ ਅੰਤਰਜਾਮੀ ਜਾਣਦੇ ਨਹੀਂ ਵੀ ਤੂੰ ਕਿੱਡਾ ਵੱਡਾ ਸੇਵਾਦਾਰ ਹੈ, ਕਿੰਨੀ ਕੁ ਭਾਵਨਾ ਤੇਰੀ ਹੈਗੀ, ਕਿਉਂਕਿ ਦਿਖਾਵਾ ਜ਼ਿਆਦਾ ਹੈ। ਇਹੋ ਜਿਹੀ ਜਿਹੜੀ ਚੀਜ਼ ਹੈ, ਔਰ ਦਰਵਾਜ਼ੇ ਦੁਨੀ ਕੇ ਝੂਠੇ ਅਮਲ ਕਰੇ ਉਹ ਬਾਣੀ ਕਹਿੰਦੀ, ਇਹ ਦਿਖਾਵੇ ਜਿਹੜੇ ਦਰਵਾਜ਼ੇ ਨੇ ਝੂਠੇ ਅਮਲ, ਉਹ ਮਹਾਰਾਜ ਨੂੰ ਪ੍ਰਵਾਨ ਨਹੀਂ ਹੈਗੇ। ਇੱਥੇ ਤਾਂ ਕਿਉਂਕਿ ਮਹਾਰਾਜ ਤਾਂ ਜਾਣੀ ਜਾਣਿਆ, ਉਹਨਾਂ ਨੂੰ ਪਤਾ ਕਿੰਨਾ ਇੱਕ ਸੰਤ ਗੁਲਾਬ ਦਾਸ ਜੀ ਹੋਏ, ਗੁਲਾਬ ਸ਼ਾਹ ਕਹਿ ਦਿਓ, ਮਹਾਂਪੁਰਖ ਹੋਏ ਆ, ਹੁਸ਼ਿਆਰਪੁਰ ਦੇ ਇਲਾਕੇ 'ਚ ਮੈਲੀ ਨਗਰ ਹੈ। ਉੱਥੇ ਉਹਨਾਂ ਦੇ ਇੱਕ ਪ੍ਰੇਮੀ, ਉਹਦਾ ਨਾਂ ਚੜ੍ਹਤ ਰਾਮ ਸੀ, ਉਹ ਆ ਗਿਆ, ਬੜੀ ਸ਼ਰਧਾ ਸੀ। ਉਹਨੇ ਦੇਖਿਆ ਵੀ ਪਰਖ ਕਰੀਏ ਕਿੰਨੀ ਕੁ ਸ਼ਰਧਾ ਹੈ। ਉਹ ਕਹਿਣ ਲੱਗੇ ਇਉਂ ਕਰ ਕਿ ਇੱਕ ਘੁਮਿਆਰ ਦੇ ਉੱਤੋਂ ਤੋਂ ਨਾ ਇੱਕ ਬਹੁਤ ਵੱਡਾ, ਜਿਵੇਂ ਆਪਣੀ ਦੇਗ ਹੁੰਦੀ ਹੈ ਬੜੀ ਸਾਰੀ, ਇਸ ਤਰ੍ਹਾਂ ਦਾ ਭਾਂਡਾ ਤਿਆਰ ਕਰਾ। ਜਿਹੜੇ ਹਜ਼ੂਰ ਸਾਹਿਬ ਵੱਲ ਜਾਈਏ, ਉੱਧਰ ਉਹ ਪੱਥਰ ਦੇ ਆ ਨਾ ਬੜੇ ਬੜੇ, ਪਾਣੀ ਦੀ ਘਾਟ ਹੁੰਦੀ ਹੈ, ਉਹਦੇ ਨਾਲ ਉਹ ਭਰ ਲੈਂਦੇ ਆ। ਅਤੇ ਇਸ ਤਰ੍ਹਾਂ ਅੱਜ ਕੱਲ੍ਹ ਹੁਣ ਪਲਾਸਟਿਕ ਦੇ ਡਰਮ ਜਿਹੇ ਮਿਲ ਜਾਂਦੇ ਆ, ਅਤੇ ਉਹ
ਤਿਆਰ ਕਰਾਇਆ। ਉਹ ਸੰਤ ਫੇ ਕਹਿਣ ਲੱਗੇ ਜਿੱਡਾ ਵੱਡਾ ਇਹ ਤੌੜਾ ਹੈ ਨਾ, ਇਹਦੇ ਮੁਤਾਬਕ ਧਰਤੀ ਦੇ ਵਿੱਚ ਟੋਆ ਖੋਦ ਦੇ। ਉਹ ਦੇਖਦੇ ਸੀ ਵੀ ਹੁਕਮ ਮੰਨਦਾ। ਉਹ ਟੋਆ ਖੋਦ ਦਿੱਤਾ ਗਿਆ। ਉਹ ਫਿਰ ਉਹਦੇ 'ਚ ਚੌਂਕੜਾ ਲਾ ਕੇ ਤੇ ਬੈਠ ਗਏ। ਕਹਿਣ ਲੱਗੇ ਜਿਹੜਾ ਭਾਂਡਾ ਤਿਆਰ ਕੀਤਾ ਨਾ, ਇਹ ਸਾਡੇ ਉੱਤੇ ਹੁਣ ਮੁੰਦਾ ਮਾਰ ਦੇ। ਉਹ ਹੁਣ ਝਿਜਕੇ ਵੀ ਮੈਂ ਇਹਨਾਂ ਨੂੰ ਆਪਣਾ ਉਸਤਾਦ ਮੰਨਦਾ ਅਤੇ ਭਾਂਡਾ ਮੁੰਦਾ ਕਿਵੇਂ ਮਾਰਾਂ। ਅਤੇ ਉਹਨੇ ਬਚਨ ਲਿਆ ਸੀ ਵੀ ਜੋ ਅਸੀਂ ਹੁਕਮ ਕਰਾਂਗੇ ਤੈਨੂੰ 7 ਵਚਨ ਕਰਕੇ ਮੰਨਣਾ ਪਊਗਾ ਅਤੇ ਉਹਦੇ 'ਤੇ ਕੋਈ ਤਰਕ ਵਿਤਰਕ ਨਹੀਂ ਕਰਨੀ। ਹੁਣ ਉਹ ਵਚਨ ਪਹਿਲਾਂ ਲਿਆਇਆ ਸੀ। ਹੁਣ ਮਨ ਤਾਂ ਨਹੀਂ ਸੀ ਚਾਹੁੰਦਾ ਮੈਂ ਇਹ ਕੰਮ ਕਰਾਂ, ਪਰ ਹੁਕਮ ਸੀਗਾ। ਉਹਦੇ ਤੋਂ ਜਿਹੜਾ ਭਾਂਡਾ ਸੀ ਨਾ, ਉਹ ਮੁੰਦਾ ਮਾਰ ਦਿੱਤਾ। ਫਿਰ ਕਿਹਾ ਸੀ ਵੀ ਮਿੱਟੀ ਪਾ ਕੇ ਨਾ ਇਹਨੂੰ ਸਾਰੇ ਨੂੰ ਵਿੱਚੇ ਦੱਬ ਦੇਣਾ। ਗੱਲ ਤਾਂ ਹੁਣ ਬੜੀ ਔਖੀ ਹੈ। ਇਸ ਤਰ੍ਹਾਂ ਜੀਂਦੇ ਮਨੋਂ ਸ਼ਾਮ ਨੂੰ ਵੀ ਨੱਪਣਾ ਹੈ ਤਾਂ ਔਖਾ ਜਿਹਾ ਹੀ ਹੈ ਨਾ। ਪਰ ਜਿਹਨੂੰ ਕੋਈ ਆਪਣਾ ਇਸ਼ਟ ਜਾਂ ਉਸਤਾਦ ਮੰਨਦਾ, ਉਹ ਤਾਂ ਫਿਰ ਹੋਰ ਵੀ ਬਹੁਤ ਔਖਾ ਹੁੰਦਾ। ਉਹ ਨੱਪ ਦਿੱਤਾ। ਹੁਣ ਉਹ ਚਲੇ ਤਾਂ ਗਿਆ ਅਤੇ ਮਨ 'ਤੇ ਬੜਾ ਲੋਡ ਵੀ ਮੈਂ ਇਹ ਕੀ ਕੀਤਾ। ਉਹਨਾਂ ਦਾ ਹੁਕਮ ਇਸ ਤਰ੍ਹਾਂ ਸੀ। ਬਹੁਤ ਬਰਾਗ ਹੋ ਗਿਆ। ਫਿਰ ਉਹ ਮੁੜਿਆ, ਹੌਲੀ ਹੌਲੀ ਉਹਨੂੰ ਮਿੱਟੀ ਲਾ ਦਿੱਤੀ। ਉਹ ਤੌੜਾ ਜਿਹਾ ਜਿਹੜਾ ਸੀ ਉਤੋਂ ਚੁੱਕ ਦਿੱਤਾ। ਉਹ ਤਾਂ ਬੜੇ ਪਹੁੰਚੇ ਹੋਏ ਮਹਾਂਪੁਰਖ ਸੀਗੇ। ਉਹ ਆਪਣੇ ਧਿਆਨ ਸਮਾਧੀ ਵਿੱਚ ਲੀਨ ਸੀਗੇ। ਉਸ ਨੇ ਫਿਰ ਉਹਨਾਂ ਨੂੰ ਜੱਫੀ ਪਾ ਲਈ। ਜੱਫੀ ਪਾ ਕੇ ਰੋਈ ਗਿਆ ਅਤੇ ਬਹੁਤ ਦੇਰ ਬਾਅਦ ਉਹਨਾਂ ਦੀ ਸਮਾਧੀ ਖੁੱਲ੍ਹੀ। ਉਹਨੇ ਦੇਖਿਆ ਵੀ ਚੜ੍ਹਤ ਰਾਮ, ਇਹ ਤੂੰ ਕੀ ਕਰ ਰਿਹਾ ਹੈ? ਤੈਨੂੰ ਹੁਕਮ ਕੀ ਹੋਇਆ ਸੀ? ਕਹਿੰਦੇ ਮਹਾਰਾਜ ਤੁਹਾਡਾ ਹੁਕਮ ਮੰਨਿਆ, ਪਰ ਮੈਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਮੁੜ ਕੇ ਆ ਗਿਆ। ਮੈਨੂੰ ਹੁਣ ਚਾਹੇ ਮਾਰੋ ਚਾਹੇ ਰੱਖੋ, ਉਹ ਤੁਹਾਡੀ ਮਰਜ਼ੀ ਹੈ। ਮੈਂ ਤੁਹਾਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਹੈ, ਆਪਣਾ ਆਪ ਸੌਂਪ ਦਿੱਤਾ ਹੈ। ਜ਼ਿਲ੍ਹੇ ਦੇਖਿਆ ਭਈ ਕਸਵੱਟੀ ਲਾਈ ਹੈ, ਇਹ ਪੂਰਾ ਉਤਰਿਆ ਇਹਦੇ ਹਿਰਦੇ ਵਿੱਚ ਸੱਚਾ ਪ੍ਰੇਮ ਹੈ। ਉਹਨਾਂ ਨੇ ਫਿਰ ਉਹਦੇ 'ਤੇ ਬੜੀ ਭਾਰੀ ਬਖਸ਼ਿਸ਼ ਕਰਕੇ ਉਸ ਨੂੰ ਜਿਹੜੀ ਆਤਮਾ ਗਿਆਨ ਦੀ ਅਵਸਥਾ ਸੀ ਦੇ ਦਿੱਤੀ। ਇਹ ਇਸ਼ਾਰੇ ਭਗਤ ਜੀ ਕਰਦੇ ਹੈ, ਕਿਉਂਕਿ ਇਸ ਤਰ੍ਹਾਂ ਦੇ ਇਮਤਿਹਾਨ ਜੁਦੇ ਜੁਦੇ ਢੰਗ ਨਾਲ ਚੱਲਦੇ ਰਹਿੰਦੇ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦੇ ਜਿਹੜੇ ਗੁਰੂ ਸੀਗੇ ਨਾ, ਉਹ ਗਿਆਨੇਸ਼ਵਰ ਸਨ। ਉਹਨਾਂ ਦੇ ਗੁਰੂ ਨਿਵਰਤੀਨਾਥ ਸੀਗੇ। ਜਿਹੜੀ ਮੁਕਤਾ ਬਹਿਣ ਸੀ, ਉਹ ਬਹੁਤ ਹੀ ਬ੍ਰਹਮ ਗਿਆਨੀ ਅਵਸਥਾ ਦੇ ਮਾਲਕ ਸਨ। ਚਾਂਗਦੇਵ ਇੱਕ 1400 ਸਾਲ ਦੀ ਉਮਰ ਦਾ ਜੋਗੀ ਸੀ, ਨਾਥ। ਉਹਦੇ 'ਚ ਬੜੀਆਂ ਰਿੱਧੀਆਂ ਸਿੱਧੀਆਂ ਸੀ। ਉਹਨਾਂ ਨੇ ਆਪਣੇ ਸੇਵਾਦਾਰ ਕੋਲ ਇੱਕ ਪੱਤਰਕਾ ਗਿਆਨੇਸ਼ਵਰ ਵੱਲ ਭੇਜੀ ਕਿ ਮੈਂ ਤੁਹਾਨੂੰ ਮਿਲਣੇ ਆ ਰਿਹਾ ਹਾਂ। ਅਤੇ ਜਦੋਂ ਪੱਤਰਕਾ ਗਈ, ਉਹ ਪੱਤਰਕਾ ਨੂੰ ਪੜ੍ਹਿਆ ਗਿਆ। ਜਿਹੜੀ ਉਹ ਮੁਕਤਾ ਬਾਈ ਬੀਬੀ ਸੀ, ਇਹਨਾਂ ਦੀ ਸੇਵਾਦਾਰ ਬਹੁਤ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪੂਰਨ ਸਨ। ਉਹ ਕਹਿਣ ਲੱਗੇ ਮਹਾਰਾਜ, ਇਹੋ ਜਿਹਾ ਹੰਕਾਰੀ ਨੂੰ ਮਿਲਣਾ ਨਹੀਂ ਚਾਹੀਦਾ। ਚਿੱਠੀ ਤਾਂ ਲਿਖੀ ਹੈ, ਕੋਈ ਸਤਿਕਾਰ ਦੀ ਸ਼ਬਦਾਵਲੀ ਨਹੀਂ ਹੈ। ਮੈਂ ਤੁਹਾਨੂੰ ਮਿਲਣ ਆ ਰਿਹਾ, ਇਹ ਹਉਮੈ ਦੀ ਬੋਹ ਹੈ। ਚਿੱਠੀ ਦਾ ਹੁੰਦੀ ਹੈ ਨਾ, ਅਗਲੇ ਲਈ ਕੋਈ ਸਤਿਕਾਰ ਪਿਆਰ ਦੇ ਸ਼ਬਦ ਹੋਣ, ਜੀ ਆਇਆਂ ਕੋਈ। ਉਹ ਕਹਿਣ ਲੱਗੇ ਕੋਈ ਬਾਤ ਨਹੀਂ। ਜਦੋਂ ਨਿਵਰਤੀਨਾਥ ਜੀ ਕੋ ਬਚਨ ਗਿਆ, ਉਹਨਾਂ ਨੇ ਕਿਹਾ ਗਿਆਨੇਸ਼ਵਰ, ਜਿਸ ਤਰ੍ਹਾਂ ਉਹ ਆ ਰਿਹਾ ਨਾ, ਉਸੇ ਤਰ੍ਹਾਂ ਉਹਦਾ ਸਵਾਗਤ ਕਰਨਾ ਚਾਹੀਦਾ ਹੈ। ਕਹਿੰਦੇ ਸਤਵਚਨ ਜੀ, ਉਹਦਾ ਉਸੇ ਤਰ੍ਹਾਂ ਸਵਾਗਤ ਕੀਤਾ ਜਾਏਗਾ। ਜਦੋਂ ਵੀ ਉਹ ਜੋਗੀ ਚਾਂਗਦੇਵ ਆਇਆ, ਉਹ ਸ਼ੇਰ ਦੀ ਸਵਾਰੀ ਕਰਦਾ ਸੀ। ਆਮ ਦੇਖਦੇ ਨਾ ਕਿ ਸ਼ੇਰ ਤਾਂ ਬੰਦੇ ਦਾ ਬੈਰੀ ਜਾਨਵਰ ਆ, ਅਤੇ ਇਹਦੇ 'ਚ ਬੜੀ ਸ਼ਕਤੀ ਹੈ ਕਿ ਸ਼ੇਰ ਦੀ ਸਵਾਰੀ ਕਰ ਰਿਹਾ ਹੈ।
ਸੋ ਇਸ ਵਾਸਤੇ ਜੋ ਆ ਰਿਹਾ ਸੀ ਆਪਣ ਦਿਖਾਵਾ ਕਰਨ ਲਈ ਕਿ ਇਹ ਬੜਾ ਯੋਗੀ ਹੈ, ਸਿੱਧ ਹੈ, ਕਰਾਮਤੀ ਹੈ, ਸ਼ੇਰ ਦੀ ਸਵਾਰੀ ਕਰਕੇ ਆ ਰਿਹਾ ਹੈ। ਤੇ ਉਸ ਵੇਲੇ ਕਥਾ ਪ੍ਰਸੰਗ ਹੋ ਰਹੇ ਸੀ। ਜਦੋਂ ਦੇਖਿਆ ਕਿ ਯੋਗੀ ਚਾਂਗ ਦੇ ਹਉਮੈ ਦੇ ਵਿੱਚ ਸ਼ੇਰ ਦੀ ਸਵਾਰੀ ਕਰਕੇ ਆ ਰਿਹਾ ਹੈ, ਉਸਨੇ ਉਹ ਜਿਹੜੇ ਸੀ ਇੱਕ ਕੰਧ 'ਤੇ ਸਵਾਰ ਹੋ ਕੇ ਪ੍ਰੇਮੀਆਂ ਨੂੰ ਵੀ ਵਹਾਲ ਲਿਆ। ਉਹ ਕੰਧ ਨੂੰ ਭਜਾ ਕੇ ਮੋਹਰੇ ਚਲੇ ਗਏ। ਜਿਸ ਵੇਲੇ ਦੇਖਿਆ ਵੀ ਸ਼ੇਰ ਤਾਂ ਇੱਕ ਜਿੰਦਾ ਜਾਨਵਰ ਚੇਤਨ ਆ, ਉਹਦੀ ਸਵਾਰੀ ਕਰਨੀ ਹੈ ਤਾਂ ਔਖੀ, ਪਰ ਜੇ ਕੋਈ ਕਰੇ ਉਹ ਗੱਲ ਵੱਖਰੀ ਹੈ। ਪਰ ਕੰਧ ਨੂੰ ਆਪਣਾ ਘੋੜਾ ਬਣਾ ਕੇ ਤੋਰਨਾ ਜੜ ਚੀਜ਼ ਨੂੰ, ਇਹ ਤਾਂ ਬਹੁਤ ਔਖਾ ਨਾ। ਉਹ ਜੋਗੀ ਦੀ ਹਉਮੈ ਟੁੱਟ ਗਈ, ਉਹ ਫਿਰ ਚਰਨਾਂ ਵਿੱਚ ਡਿੱਗ ਪਿਆ। ਸੰਤ ਵੀ ਕਹਿਣ ਲੱਗੇ, ਜੋਗੀ ਜੀ ਇਹੋ ਜਿਹੀਆਂ ਜਿਹੜੀਆਂ ਚੇਟਕਾਈਆਂ ਹਨ ਉਹ ਫਕੀਰਾਂ ਅੱਗੇ ਨਹੀਂ ਚੱਲਦੀਆਂ। ਉਹਨੂੰ ਫਿਰ ਉਹਨਾਂ ਨੇ ਗਿਆਨ ਦਾ ਰਸਤਾ ਜਿਹੜਾ ਦਿੱਤਾ ਸੀ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਐਸਾ ਕੌਤਕ ਕੀਤਾ ਸੀ। ਇੱਕ ਵਾਰੀ ਉਸ ਸਥਾਨ 'ਤੇ ਅਸੀਂ ਦਰਸ਼ਨ ਕਰਨ ਗਏ ਸੀ ਅਤੇ ਉੱਥੇ ਬਾਬਾ ਬੁੱਢਾ ਸਾਹਿਬ ਨੇ ਵੀ ਐਸੀ ਖੇਲ ਕੀਤੀ ਸੀ, ਹੰਕਾਰ ਤੋੜਨ ਵਾਸਤੇ, ਦਿਖਾਵੇ ਲਈ ਨਹੀਂ, ਪ੍ਰਪੰਚੀ ਲੀਲਾ ਨਹੀਂ। ਕਿਉਂਕਿ ਜਿਨ੍ਹਾਂ ਦੀ ਸੁਰਤੀ ਉੱਥੇ ਜੁੜ ਜਾਂਦੀ ਹੈ ਉਹ ਫਿਰ ਰਿੱਧੀਆਂ ਸਿੱਧੀਆਂ ਜਾਂ ਅਨਹਦ ਬਾਜੇ ਜਿਹੜੇ ਹੈ ਇਹਨਾਂ ਚੀਜ਼ਾਂ ਤੋਂ ਬਹੁਤ ਉੱਚੀ ਅਵਸਥਾ ਵਿੱਚ ਪਹੁੰਚ ਕੇ ਉਸ ਚੇਤਨ ਦਾ ਸਿਮਰਨ ਕਰਦੇ ਹੋਏ ਚੇਤਨ ਵਿੱਚ ਅਭੇਦ ਹੋ ਜਾਂਦੇ। ਜਦੋਂ ਉਹਦੇ 'ਚ ਅਭੇਦ ਹੋਵੇ ਫਿਰ ਦਿਖਾਵਾ ਕਿਨ ਕਰਨਾ। ਦਿਖਾਵਾ ਤਾਂ ਉਹਨਾਂ ਚਿਰ ਹੈ ਨਾ ਜਿੰਨਾ ਚਿਰ ਜੁਦਾ ਆ। ਅਤੇ ਜਦੋਂ ਹੁਣ ਨਦੀਆਂ ਸਮੁੰਦਰ 'ਚ ਰਲ ਗਈਆਂ, ਹੁਣ ਗੰਗਾ ਦਿਖਾਵਾ ਕੀ ਕਰੇਗੀ, ਜਮਨਾ ਦਿਖਾਵਾ ਕੀ ਕਰੇਗੀ, ਸੁਰਸਤੀ, ਗੋਮਤੀ, ਗੋਦਾਵਰੀ, ਸਤਲੁਜ, ਬਿਆਸ, ਉੱਥੇ ਰਾਵੀ, ਜੇਲਮ, ਚਨਾਹ ਦਿਖਾਵਾ ਕੀ ਕਰਨਗੇ। ਉਹਨਾਂ ਦੀ ਆਪਣੀ ਹੋਂਦ ਹੀ ਨਹੀਂ ਰਹੀ। ਇਸੇ ਤਰ੍ਹਾਂ ਜਦੋਂ ਪਰਮਾਤਮਾ ਵਿੱਚ ਅਭੇਦ ਹੋ ਗਏ, ਇਹੋ ਜਿਹੀਆਂ ਪ੍ਰਪੰਚੀ ਲੀਲਾ, ਇਹ ਦਿਖਾਵੇ ਜਿਹੜੇ ਅਗਿਆਨ ਕਰਕੇ ਹਨ, ਜਦੋਂ ਗਿਆਨ ਅਵਸਥਾ ਹੋ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਬਹੁਤ ਪਿੱਛੇ ਰਹਿ ਜਾਂਦੀਆਂ ਹਨ। ਇਸ ਕਰਕੇ ਭਗਤ ਜੀ ਕਹਿੰਦੇ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਇਹ ਜਦੋਂ ਚਲਾਇਆ ਤਾਂ ਫਿਰ ਇਹ ਕਿਹੜੇ ਬਲ ਦੇ ਨਾਲ ਇਹ ਅਗਿਆਨਤਾ ਦਾ ਜਿਹੜਾ ਕਿਲਾ ਸੀ, ਰਾਗ ਦਵੈਸ਼ ਸਗੇ, ਕਾਮ ਕ੍ਰੋਧ ਸੀ, ਇਹਨਾਂ ਨੂੰ ਖਤਮ ਕਰਕੇ ਜਿਹੜਾ ਆਤਮਾ ਦਾ ਅਵਿਨਾਸ਼ੀ ਰਾਜ ਕਿਵੇਂ ਪੈਦਾ ਕੀਤਾ, ਉਸ ਵਿਚਾਰ ਨੂੰ ਭਗਤ ਜੀ ਦੱਸਦੇ ਹਨ। ਸਾਧ ਸੰਗਤ ਆਰ ਗੁਰ ਕੀ ਕਿਰਪਾ ਤੇ, ਕਹਿੰਦੇ ਸਾਧੂਆਂ ਦੀ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਪਕੜਿਓ ਗੜ ਕੋ ਰਾਜਾ। ਇਹ ਗੜ ਦਾ ਜਿਹੜਾ ਰਾਜਾ ਬਣਿਆ ਸੀ ਨਾ ਮਨ, ਇਹ ਆਪੇ ਹੀ ਬਣ ਕੇ ਬਹਿ ਗਿਆ ਨਾ। ਜਿਵੇਂ ਕਹਿੰਦੇ ਹੋ ਕਿਸੇ ਦੀ ਲੜਕੀ ਦਾ ਵਿਆਹ ਸੀ, ਲੜਕੀ ਵਿਧੀ ਪੂਰਵਕ ਮੰਗੀ ਸੀ, ਵਿਧੀ ਪੂਰਵਕ ਉਹਦੇ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਹੋਇਆ ਸੀ। ਉਹ ਤਾਂ ਜਾਣਾ ਹੀ ਸੀਗਾ ਕਿਉਂਕਿ ਮਰਜ਼ਾਦਾ ਪੂਰਵਕ ਸੀ। ਇੱਕ ਕੋਈ ਮਹਿਮਾਨ ਬਣ ਕੇ, ਲਾੜਾ ਬਣ ਕੇ ਆਪੇ ਹੀ ਬਰਾਤ ਲੈ ਕੇ ਚਲ ਗਿਆ ਬੈਂਡ ਬਾਜੇ ਵਜਾਉਂਦਾ ਹੋਇਆ। ਉਹਨੂੰ ਪੁੱਛਿਆ, ਤੂੰ ਕਿੱਧਰ ਜਾ ਰਿਹਾ? ਕਹਿੰਦੇ ਫਲਾਣੇ ਦੀ ਲੜਕੀ ਵਿਆਹੁਣ ਵਾਸਤੇ। ਕਹਿੰਦੇ ਉਹਨਾਂ ਨੇ ਤਾਂ ਲੜਕੀ ਫਲਾਣੇ ਥਾਂ ਮੰਗੀ ਸੀ, ਕਿ ਉਹਦਾ ਜਿਹੜਾ ਮਹਿਮਾਨ ਜਾਂ ਉਹਨਾਂ ਦਾ ਦਮਾਦ ਫਲਾਣਾ ਹੈ, ਤੂੰ ਆਪੇ ਤੁਰ ਪਿਆ। ਉਹ ਕਹਿੰਦੇ ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ, ਮੰਨੋ ਨਾ ਮੰਨੋ ਅਸੀਂ ਤੁਹਾਡੇ ਪ੍ਰਾਹੁਣੇ ਹਾਂ। ਕਈ ਮੱਲੋ ਮਲੀ ਬਣੇ ਫਿਰਦੇ। ਇਸੇ ਤਰ੍ਹਾਂ ਜਿਹੜਾ ਮਨ ਸੀ ਨਾ, ਇਹਦਾ ਮਾਲਕ ਤੇ ਆਤਮਾ ਸੀ। ਆਤਮਾ ਪਰਮਾਤਮਾ ਦਾ ਰੂਪ ਹੈ ਅਤੇ ਮਨ ਜਿਹੜਾ ਆਪੇ ਹੀ ਚੌਧਰੀ ਬਣ ਕੇ ਬੈਠਾ ਹੋਇਆ। ਮਨ ਕਹਿੰਦਾ ਮੰਨੋ ਨਾ ਮੰਨੋ, ਮੈਂ ਹੀ ਚੌਧਰੀ ਹਾਂ। ਇਸ ਕਰਕੇ ਜਿਹੜਾ ਸ੍ਰੀ ਰੂਪੀ ਗੜ੍ਹ ਦਾ ਰਾਜਾ ਮਨ ਸੀ, ਉਹਨਾਂ ਗੁਰਮੁਖਾਂ ਨੇ ਉਪਰੋਕਤ ਵਿਚਾਰ ਜਿਹੜਾ ਢੰਗ ਦੱਸਿਆ ਹੈ ਭਗਤ ਜੀ ਨੇ, ਉਹਦੇ ਦੁਆਰਾ ਆਪਣੇ ਆਪ ਹਉਮੈ ਵਿੱਚ ਮਨ ਬਣ ਕੇ ਬੈਠਾ ਸੀ। ਇਹ ਮਨ ਰੂਪੀ ਰਾਜੇ ਨੂੰ ਉਹਨੇ ਪਕੜ ਲੈਣਾ ਕੀਤਾ ਹੈ। ਭਗਵਤ ਧੀਰ ਸਖਤ ਸਿਮਰਨ ਕੀ,
ਜਿਹੜਾ ਭਗਤ ਕਹਿੰਦਾ ਮੈਂ ਤਾਂ ਬੜਾ ਪਹਿਲਾਂ ਕਾਇਰ ਸੀ, ਕਿਉਂਕਿ ਮਨ ਦੇ ਮਰ ਗਏ ਨਾ ਕਾਜੀ ਮੁੱਲਾ ਸ਼ੇਖ। ਇੱਕੋ ਜਿਵੇਂ ਪਾਰਸਨਾਥ ਰਾਜਾ ਸੀ, 10ਵੇਂ ਗ੍ਰੰਥ ਵਿੱਚ ਕਥਾ ਹੈ। ਉਹ ਮਹਾਂਪੁਰਸ਼ਾਂ ਕੋ ਆਇਆ, ਕਹਿੰਦਾ ਮਹਾਰਾਜ ਮੈਂ ਸਾਰੀ ਦੁਨੀਆ ਦੇ ਰਾਜੇ ਜਿੱਤ ਲੈ। ਮਹਾਂਪੁਰਸ਼ ਚੁੱਪ ਰਹੇ। ਉਹ ਦੁਬਾਰਾ ਦੋਹਰੀ ਤੇਰੀ ਵੇਰੀ ਬੋਲਿਆ ਹਉਮੈ ਵਿੱਚ, ਕਹਿੰਦੇ ਹਾਲੇ ਇੱਕ ਰਹਿੰਦਾ। ਕਹਿੰਦੇ ਦੱਸੋ ਜੀ, ਉਹਨੂੰ ਵੀ ਮੈਂ ਫਤਿਹ ਕਰ ਲਵਾਂਗਾ। ਉਹ ਰਾਜਾ ਹੈ ਕਿੱਥੇ? ਧਰਤੀ ਦਾ ਤਾਂ ਮੈਂ ਕੁਝ ਛੱਡਿਆ ਨਹੀਂ। ਕਹਿੰਦੇ ਉਹ ਤਾਂ ਤੇਰੇ ਵਿੱਚ ਹੀ ਬੈਠਾ ਹੋਇਆ। ਕਹਿੰਦੇ ਜੀ ਉਹ ਕਿਹੜਾ? ਕਹਿੰਦੇ ਮਨ ਰੂਪੀ ਰਾਜਾ ਹੈ। ਮਨ ਰਾਜਾ ਸੁਲਤਾਨ। ਕਹਿੰਦੇ ਤਾਂ ਤੇਰੇ ਅੰਦਰ ਹੀ ਬੈਠਾ ਹੋਇਆ। ਬਾਹਰ ਦੇ ਰਾਜੇ ਜਿੱਤਦਾ ਫਿਰਦਾ, ਆ ਜਿਹੜਾ ਅੰਦਰ ਬੈਠਾ ਮਨ, ਇਹ ਤਾਂ ਜਿੱਤਿਆ ਨਹੀਂ ਜਾਂਦਾ ਹੈ। ਇਸ ਕਰਕੇ ਜਿਸ ਨੇ ਮਨ ਨੂੰ ਜਿੱਤ ਲਿਆ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਭਰਤਰੀ ਜੀ ਕਹਿੰਦੇ ਜਿਸ ਨੇ ਮਨ ਰੂਪੀ ਸ਼ਤਰੂ ਜਿੱਤ ਲਿਆ, ਸਾਰੇ ਸ਼ਤਰੂ ਜਿੱਤ ਲੈ। ਜੇ ਮਨ ਰੂਪੀ ਸ਼ਤਰੂ ਨਹੀਂ ਜਿੱਤਿਆ, ਤੂੰ ਹਾਲੇ ਆਪਣੇ ਆਪ ਨੂੰ ਵੱਡਾ ਸੂਰਮਾ ਅਜਿੱਤ ਕਿਵੇਂ ਕਹਾ ਸਕਦਾ ਹੈ? ਇਸ ਕਰਕੇ ਮਹਾਰਾਜ ਦੱਸਦੇ ਹੈ, ਇਹ ਜਿਹੜਾ ਪੀਰ ਕਾਇਰ ਬਿਰਤੀ ਸੀ, ਜਦੋਂ ਸਾਧ ਸੰਗਤ ਦੀ ਓਟ ਲੈ ਲਈ ਨਾ, ਭਗਵਾਨ ਦੀ ਭਗਤੀ ਦੁਆਰਾ ਸ਼ਕਤੀ ਮਿਲ ਗਈ, ਉਹ ਜਿਹੜਾ ਕਾਇਰ ਮਨ ਸੀ ਉਹ ਵੀ ਸੂਰਮਾ ਬਣ ਕੇ ਇਸ ਮਨ ਰੂਪੀ ਸ਼ਤਰੂ, ਪੰਜਾਂ ਵਿਕਾਰਾਂ ਰੂਪੀ ਸ਼ਤਰੂਆਂ 'ਤੇ ਦਿਗ ਵਿਜੇ ਕਰ ਲੈਂਦਾ ਹੈ। ਕੱਟੀ ਕਾਲ ਭੈ ਫਾਸੀ। ਕਾਲ ਦਾ ਭੈ ਸੀ, ਮੌਤ ਦੀ ਜਿਹੜੀ ਫਾਹੀ ਸੀ, ਇਸ ਜਾਲ ਨੂੰ ਵੀ ਉਹਨਾਂ ਨੇ ਕੱਟ ਦੇਣਾ ਕੀਤਾ। ਕਿਉਂਕਿ ਜਿਸ ਤਰ੍ਹਾਂ ਭੀਸ਼ ਪਿਤਾਮਾ ਤੀਰਾਂ ਦੇ ਨਾਲ ਬਿੰਨਿਆ ਹੋਇਆ ਮਹਾਂਭਾਰਤ ਦਾ ਯੁੱਧ ਹੋਇਆ, ਕਹਿਣ ਲੱਗੇ, ਕਿਉਂਕਿ ਸਨਾਤਨੀ ਮਤ ਵਿੱਚ ਖਿਆਲ ਆ ਕਿ ਜਦੋਂ ਚੰਦਰ ਲੋਕ ਰਾਹੀਂ ਜਾਈਏ ਤਾਂ ਜੀਵਾਤਮਾ 1 ਸਾਲ 'ਚ ਅੱਗੇ ਜਾਂਦੀ ਹੈ, ਸੂਰਜ ਲੋਕ ਰਾਹੀਂ 6 ਮਹੀਨਿਆਂ 'ਚ। ਉਹ ਕਹਿੰਦੇ ਹਾਲੇ ਇਤਨੇ ਦਿਨ ਬਕਾਇਆ ਹੈ। ਸੂਰਜ ਜਿਹੜਾ ਹਾਲੇ ਦਖਰਾਇਣ 'ਚ, ਉਤਰਾਇਣ 'ਚ। ਕਹਿੰਦੇ ਕਿੰਨੇ ਦਿਨ? ਕਹਿੰਦੇ ਇੰਨੇ ਦਿਨ। ਕਹਿੰਦੇ ਲਓ ਉਨੇ ਦਿਨ ਮੈਂ ਸਰੀਰ ਹੀ ਨਹੀਂ ਤਿਆਗਦਾ। ਉਨੇ ਦਿਨ ਉਹ ਤੀਰਾਂ ਦੇ ਬਿੰਨੇ ਹੋਏ ਉਸ ਸੇਜਾ 'ਤੇ ਕੁਸ਼ੇਤਰ ਦੇ ਮਿਆਨ 'ਚ ਪਏ। ਇਹ ਬਰਕਤ ਸਿਮਰਨ ਦੀ ਹੁੰਦੀ ਹੈ, ਬ੍ਰਹਮਚਰਜ ਦੀ। ਬਾਬਾ ਦੀਪ ਸਿੰਘ ਸਾਂਝੇ ਵਾਰਨਾ ਜਹਾਨ ਖਾਨ ਸੀਸ ਕਟਿਆ ਗਿਆ। ਬਾਬਾ ਰਾਮ ਸਿੰਘ ਬੇਦੀ, ਇਸ ਤਰ੍ਹਾਂ ਇੱਕ ਡਰੋਲੀ ਨਗਰ ਆਦਮਪੁਰ ਦੇ ਨੇੜੇ, ਉੱਥੇ ਬਾਬਾ ਮਤੀ ਜੀ ਹੋਏ ਆ, ਉਹਨਾਂ ਦਾ ਵੀ ਐਸਾ ਹੀ ਪ੍ਰਸੰਗ ਹੈ। ਹੋਰ ਵੀ ਇਤਿਹਾਸ 'ਚ ਐਸੇ ਗੁਰਮੁਖ ਮਿਲਦੇ ਕਿ ਸਰੀਰ ਕੱਟਣ ਤੋਂ ਬਾਅਦ ਉਹ ਜੰਗ ਲੜਦੇ ਰਹੇ, ਕਿਉਂਕਿ ਇਹ ਆਤਮਿਕ ਰੂਹਾਨੀ ਬ੍ਰਹਮਚਰਜੀ ਨੇ ਇੰਦਰੀਆਂ 'ਤੇ ਵਿਜੇ ਪਾਈ ਹੈ। ਉਹਨਾਂ ਨੂੰ ਐਸੀਆਂ ਇਹ ਬਰਕਤਾਂ ਜਿਹੜੀਆਂ ਉਹ ਸਾਧ ਸੰਗਤ ਜੀ ਪ੍ਰਾਪਤ ਹੋਣੀਆਂ। ਕਹਿੰਦੇ ਫਿਰ ਜਦੋਂ ਭੀਰ ਪੁਣਾ, ਕਾਇਰ ਪੁਣਾ, ਪਰਮੇਸ਼ਰ ਦੀ ਭਗਤੀ, ਸਾਧ ਸੰਗਤ ਦੀ ਓਟਾਂ ਦੂਰ ਹੋ ਗਿਆ, ਅਤੇ ਫਿਰ ਕਹਿੰਦੇ ਜਿਹੜਾ ਮਵਾਸੀ ਆਕੀ ਹੋਇਆ ਮਨ ਰੂਪੀ ਰਾਜਾ, ਇਹਨਾਂ ਨੂੰ ਉਹਨੇ ਪਕੜ ਲਿਆ ਅਤੇ ਦਿਗ ਵਿਜੇ ਜਿਹੜੀ ਸੀ, ਜਿੱਤ ਸੀ, ਪ੍ਰਾਪਤ ਕਰ ਲੈਣਾ ਕੀਤੀ। ਕੱਟੀ ਕਾਲ ਭੈ ਫਾਸੀ। ਕਾਲ ਦੀ ਅਤੇ ਮੌਤ ਦੀ ਫਾਹੀ ਦਾ ਜਾਲ ਕੱਟ ਦਿੱਤਾ। ਇਹ ਤੋਂ ਵੀ ਉਹ ਸੁਤੰਤਰ ਹੋ ਗਏ ਆਪਣੀ ਇੱਛਾ ਦੇ ਵਿੱਚ ਹੀ। ਐਸਾ ਹੀ ਹੈ। ਅਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਨੂੰ, ਬਾਬਾ ਈਸ਼ਰ ਸਿੰਘ ਜੀ ਬਤਾਲੇ, ਭਾਈ ਪੱਲਾ ਜੀ 6ਵੇਂ ਪਾਤਸ਼ਾਹ ਦੇ ਸੇਵਕ ਹੋਏ, ਮਾਤਾ ਸੰਤੀ ਦੇ ਪੁੱਤਰ, ਉਹਨਾਂ 'ਤੇ ਮਹਾਰਾਜ ਨੇ ਬਹੁਤ ਮਿਹਰ ਕੀਤੀ ਸੀ ਉਸ ਅੰਸ਼ ਵੰਸ਼ ਵਿੱਚ। ਅਤੇ ਬਾਬਾ ਜੀ ਕਹਿਣ ਲੱਗੇ ਸੰਤਾਂ ਨੂੰ ਕਿ ਮੇਰੇ ਤੋਂ ਕੋਈ ਵਰ ਮੰਗ ਲਓ, ਮੈਂ ਹੁਣ ਸਰੀਰ ਤਿਆਗ ਦੇਣਾ ਹੈ। ਸੰਤ ਕਹਿਣ ਲੱਗੇ ਕਿ ਮਹਾਰਾਜ, ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ, ਕੋਈ ਇੱਛਾ ਨਹੀਂ। ਕਹਿੰਦੇ ਨਹੀਂ ਫਿਰ ਵੀ, ਕਹਿੰਦੇ ਚੰਗਾ ਜੇ ਫਿਰ ਤੁਸੀਂ ਕਿਰਪਾ ਹੋਰ ਕਰਨੀ ਚਾਹੁੰਦੇ ਆ, 10 ਸਾਲ ਸਰੀਰ ਕਰਕੇ ਹੋਰ ਰਹੋ। ਕਹਿੰਦੇ ਤਾਂ ਤੁਸੀਂ ਪਰਮੇਸ਼ਰ ਦੇ ਭਾਣੇ ਦਖਲ ਦਿੱਤਾ।
ਕਹਿੰਦੇ ਪਰਮੇਸ਼ਰ ਤੁਹਾਤੋਂ ਕੋਈ ਬਖਤ ਨਹੀਂ ਹੈ, ਕੋਈ ਪਿੰਨ ਥੋੜ੍ਹੀ ਰਹਿ ਗਿਆ ਹੁਣ ਤਾਂ, ਉਹਦੇ ਵਿੱਚ ਇਹ ਤੁਸੀਂ ਭੇਦ ਰੂਪ। ਕਹਿੰਦੇ ਚੰਗਾ ਫਿਰ ਅਸੀਂ 10 ਸਾਲ ਰਹਾਂਗੇ, ਪਰ ਸਾਰੀ ਦੁਨੀਆ ਮੈਨੂੰ ਕੋਈ ਵਿਅੰਗ ਸ਼ਬਦ ਬੋਲੇ ਤੁਸੀਂ ਨਾ ਕਰ ਬੈਠੋ। 10 ਸਾਲ ਹੋਰ ਉਹ ਫਿਰ ਦਰਸ਼ਨ ਦਿੱਤੇ ਸੀ, ਕਿਉਂਕਿ ਜਿਨ੍ਹਾਂ ਨੇ ਕਾਲ ਦੀ ਮੌਤ ਦੀ ਫਾਹੀ ਕੱਟ ਦਿੱਤੀ ਹੈ, ਕਿਉਂਕਿ ਉਹਨਾਂ ਵਾਸਤੇ ਪਰਮਾਤਮਾ ਦੇ ਘਰ ਵਿੱਚੋਂ ਬੜੀਆਂ ਬਰਕਤਾਂ ਮਿਲ ਜਾਂਦੀਆਂ। ਅਤੇ ਬਾਬਾ ਕਰਮ ਸਿੰਘ ਜੀ ਮਹਾਰਾਜ ਪੋਤੀ ਮਰਦਾਨ ਵਾਲੇ ਕਹਿਣ ਲੱਗੇ, ਸਤਸੰਗੀਓ ਅਸੀਂ ਫਲਾਣੇ ਦਿਨ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਇਹ ਪਰਮਾਤਮਾ ਦਾ ਹੁਕਮ ਵਜਾ ਕੇ ਸੱਚਖੰਡ ਜਾ ਰਹੇ ਹਾਂ। ਸੰਗਤ ਬੜੀ ਉਦਾਸ ਹੋ ਗਈ ਕਿ ਮਹਾਰਾਜ ਹੋਰ ਕਿਰਪਾ ਕਰੋ। ਕਹਿਣ ਲੱਗੇ ਵੀ ਇਹ ਤਾਂ ਹੁਕਮ ਅਕਾਲ ਦਾ ਐਵੇਂ ਹੀ ਹੈ। ਕਹਿੰਦੇ ਮਹਾਰਾਜ ਅਕਾਲ ਪੁਰਖ ਅਤੇ ਤੁਹਾਡੇ ਵਿੱਚ ਕੀ ਅੰਤਰ ਹੈ, ਅਭੇਦ ਸਰੂਪ ਹੋ। ਅਤੇ ਮਹਾਰਾਜ ਫਿਰ ਕਹਿਣ ਲੱਗੇ ਕਿ ਛੋਟੇ ਸੰਤਾਂ ਦੀ ਉਮਰ ਬਾਬਾ ਲਾਲ ਸਿੰਘ ਦੀ 2 ਸਾਲ ਆ, ਸਾਡੀ 8 ਦਿਨ, ਉਹਨਾਂ ਨੂੰ ਮਨਾ ਲਓ। ਸੰਤਾਂ ਨੂੰ ਕਿਹਾ, ਉਹ ਕਹਿੰਦੇ ਮੈਨੂੰ ਮਨਜ਼ੂਰ ਆ। ਅਤੇ ਫਿਰ ਜਦੋਂ ਅਤੇ ਸਾਧ ਸੰਗਤ ਜੀ ਸੰਤ ਲਾਲ ਸਿੰਘ ਨੂੰ ਕਿਹਾ 8 ਦਿਨ, ਉਹ ਕਹਿੰਦੇ ਵੀ ਸੰਤ ਬੜੇ ਰਾਜੀ ਖੁਸ਼ੀ ਹੈ, ਇਹ ਕਿਵੇਂ ਹੋ ਜਾਊਗਾ। ਅਤੇ ਬਹੁਤ ਵੱਡਾ ਭੰਡਾਰਾ ਹੋਇਆ ਅਤੇ ਸੰਤ ਲਾਲ ਸਿੰਘ ਜੀ ਲੰਗਰ ਚਾਹ ਵਰਤਾਉਂਦੇ ਆ, ਸਾਰਿਆਂ ਨੂੰ ਸੇਵਾ ਕਰ ਰਹੇ। ਬਸ ਜ਼ਿਲ੍ਹੇ ਸਮਾਗਮ ਪੂਰਾ ਹੋਇਆ, ਸਭ ਨੇ ਲੰਗਰ ਪਾਣੀ ਛਕ ਲਿਆ, ਸੰਤੁਸ਼ਟੀ ਅਰਦਾਸ ਹੋ ਗਈ। ਇਸ਼ਨਾਨ ਪਾਣੀ ਕੀਤਾ ਅਤੇ ਚੌਂਕੜਾ ਲਾ ਕੇ ਚਿੱਟਾ ਚਾਦਰਾ ਲੈ ਕੇ ਲਿਟ ਗਏ, ਜਿਵੇਂ ਸਭ ਕੁੰਜ ਤਿਆਗ ਦਾ ਹਾਥੀ ਫੁੱਲਾਂ ਦੀ ਮਾਲਾ, ਇਉਂ ਸਰੀਰ ਤਿਆਗ ਗਏ 8ਵੇਂ ਦਿਨ। ਅਤੇ ਬਾਬਾ ਜੀ ਫਿਰ 2 ਸਾਲ ਰਹੇ। ਕਹਿੰਦੇ ਲਓ ਸਤਸੰਗੀਓ ਬਚਨ ਪੂਰਾ ਹੋ ਗਿਆ, ਜਾ ਰਹੇ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਹੈ, ਜਿਨ੍ਹਾਂ ਨੂੰ ਉਹ ਅਵਸਥਾ ਮਿਲ ਜਾਂਦੀ ਹੈ, ਉਹਨਾਂ ਨੇ ਪਰਮੇਸ਼ਰ ਦੀ ਕਿਰਪਾ ਤੋਂ ਬਰਕਤ ਪਾ ਕੇ ਕੱਟੀ ਕਾਲ ਜਮ ਫਾਸੀ। ਇਹ ਕਾਲ, ਇਹ ਮੌਤ ਦੀ ਫਾਹੀ ਨੂੰ ਵੀ ਉਹ ਕੱਟ ਦਿੰਦੇ, ਇੰਨੀ ਉਹਨਾਂ ਦੇ ਵਿੱਚ ਸਮਰੱਥਾ ਆ ਜਾਂਦੀ ਹੈ। ਦਾਸ ਕਬੀਰ ਚੜਿਓ ਗੜ ਉੱਪਰ। ਕਬੀਰ ਜੀ ਕਹਿੰਦੇ ਜਦੋਂ ਅਸੀਂ ਦਾਸਾ ਭਾਵ ਧਾਰ ਲਿਆ, ਚੌਧਰੀ ਬਣ ਕੇ ਨਹੀਂ ਨਾ, ਇਹ ਗੁਰੂ ਨਾਨਕ ਸਾਹਿਬ ਦੇ ਘਰ 'ਚੋਂ ਦਾਸ ਬਣ ਕੇ ਕੁਝ ਮਿਲਦਾ, ਅਤੇ ਜਿਹੜਾ ਇੱਥੇ ਚੌਧਰੀ ਬਣਦਾ ਨਾ, ਕਈਆਂ ਨੇ ਇੱਛਾ ਕੀਤੀ, ਪਿਰਥੀ ਚੰਦ ਦੀ ਬੜੀ ਇੱਛਾ ਸੀ, ਦਾਤੂ ਦੇ ਮਨ 'ਚ ਵੀ ਹੋਈ ਸੀ। ਉਸ ਤੋਂ ਬਾਅਦ ਧੀਰਮਲ ਦੇ ਮਨ 'ਚ ਵੀ ਬਹੁਤ ਗੁਜ਼ਰਿਆ। ਫਿਰ ਕਈ ਤਰ੍ਹਾਂ ਦੀਆਂ ਪੁੱਠੀਆਂ ਗੱਲਾਂ ਵੀ ਕਰਦੇ ਕਰਾਉਂਦੇ ਰਹੇ। ਉਹ ਚੌਧਰ ਬਣਾ ਮਿਲੀ ਅਤੇ ਗੁਰੂ ਘਰ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ। ਅਤੇ ਜਿਹੜੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਂਗੂ ਦਾਸ ਬਣੇ ਨਾ, ਦਾਸ ਸਾਰੀ ਰਾਤ ਦਿਨ ਸੇਵਾ। ਕਹਿੰਦੇ ਜੇਠਿਆ ਤੂੰ ਰਾਤ ਵੀ ਨਹੀਂ ਟਿਕਦਾ। ਕਹਿੰਦੇ ਜੀ ਮੇਰਾ ਤਾਂ ਘਰ ਹੋਇਆ, ਗੁਰੂ ਨਾਨਕ ਸਾਹਿਬ ਦੇ ਘਰ ਨੂੰ ਆਪਣਾ ਘਰ ਬਣਾਇਆ। ਸਾਂਭ ਸਮੇਂ ਭਾਂਡੇ ਜੂਠੇ ਪਏ ਆ, ਉਹ ਮਾਂਜ ਕੇ ਸਾਫ਼ ਕਰਕੇ ਧੋ ਕੇ ਰੱਖਣੇ। ਕਈਆਂ ਕੁਹਾੜੇ ਬਾਟੇ ਖਿਲਰੇ ਹੋਏ ਆ ਕਾਰ ਸੇਵਾ ਦੇ, ਸਾਰੇ ਸਾਂਭਣੇ, ਬਿੰਨੇ ਬੁੰਨੇ ਸਾਰੇ ਪਾਸੇ। ਕਹਿੰਦੇ ਤੂੰ ਨਾ ਦਿਨ ਚੈਨ ਨਾ ਰਾਤ। ਕਹਿੰਦੇ ਭਾਈ ਮੇਰਾ ਇਹ ਘਰ ਹੈ, ਜਿੱਥੇ ਬੰਦਾ ਸਮਝਦਾ ਮੇਰਾ ਘਰ ਹੈ, ਉੱਥੇ ਤਾਂ ਫਿਰ ਸਾਂਭ ਸੰਭਾਈ ਕਰੂਗਾ। ਅਤੇ ਜੇ ਹੁਣ ਹੋਵੇ ਅਤੇ ਯਾਰਾਂ ਨੇ ਰਹਿਣ ਕੱਟਣੀ, ਆਪਾਂ ਨੂੰ ਕੀ ਹੈ, ਫਿਰ ਤਾਂ ਸੰਭਾਲ ਨਹੀਂ ਨਾ ਹੁੰਦੀ। ਸੋ ਇਸ ਵਾਸਤੇ ਉਹਨਾਂ ਦੀ ਖਿਦਮਤ ਦੇਖ ਕੇ ਅਤੇ ਮਹਾਰਾਜ ਨੇ ਕਿਰਪਾ ਕੀਤੀ। ਅਤੇ ਜਿਸ ਵੇਲੇ ਫਿਰ ਪੋਥੀਆਂ ਲਿਆਉਣੀਆਂ ਸੀ ਅਤੇ ਭਾਈ ਗੁਰਦਾਸ ਕਹਿਣ ਲੱਗੇ ਮੈਂ ਲਿਆਵਾਂਗਾ। ਬਾਬੇ ਮੋਹਨ ਨੇ ਸਮਾਧੀ ਨਹੀਂ ਖੋਲ੍ਹੀ ਚੁਬਾਰਾ ਸਾਹਿਬ। ਫਿਰ ਬਾਬਾ ਬੁੱਢਾ ਸਾਹਿਬ ਉਹ 10 ਵਾਰੇ ਪ੍ਰਾਣ ਚੜ੍ਹਾ ਕੇ ਬੈਠੇ ਰਹੇ। ਅਤੇ ਫਿਰ ਜਦੋਂ ਗੁਰੂ ਅਰਜਨ ਸਾਹਿਬ ਜੀ ਗਏ, ਸਰੰਦਾ ਫੜ ਕੇ ਕੀਰਤਨ ਕੀਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲਾ ਪਾਰਾ, ਅਤੇ ਖਿੱਚ ਲਈ ਨਾ ਸੁਰਤ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਹਿਲੇ ਸੁਰਤੀ ਲਾਈ,
ਸਾਹਮਣੇ ਦੇਖਿਆ ਭਾਣਜੇ ਖੜੇ ਆ, ਕਹਿੰਦੇ ਕਿਵੇਂ ਆਏ ਆ? ਇਹ ਜਿਹੜਾ ਦਾੜਾ ਵਧਾਇਆ ਚਾਰਨ ਝਾੜਨ ਲੱਗ ਪਿਆ। ਕਹਿੰਦੇ ਤੁਹਾਡੇ ਪਿਤਾ ਤੁਹਾਨੂੰ ਵੀ ਇਹ ਸਬਕ ਦੇਗਾ ਨਾ। ਗੱਦੀ ਦਾ ਮਾਲਕ ਮੈਂ ਸੀ, ਵੱਡਾ ਸਾਹਿਬਜ਼ਾਦਾ ਸੀ ਸ਼੍ਰੀ ਗੁਰੂ ਅਮਰਦਾਸ ਜੀ ਦਾ, ਮੇਰਾ ਹੱਕ ਸੀ। ਇਸ ਨਿਮਰਤਾ ਨਾਲ ਤੁਹਾਡੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੱਦੀ ਲੈ ਗਏ। ਉਹ ਹੁਣ ਸਿੱਖਿਆ ਤੁਹਾਨੂੰ ਵੀ ਦੇਗਾ ਜਾਂਦੇ ਹੋ। ਮੇਰੇ ਕੋਲ ਕਹਿੰਦੇ ਕੀ ਆ ਪੋਥੀਆਂ ਹੀ ਆ, ਲੈ ਜਾਓ। ਮਹਾਰਾਜ ਨੇ ਮੰਗੀਆਂ ਨਹੀਂ, ਆਪੇ ਲੈ ਕੇ ਆਏ, ਮੰਗੀਆਂ ਨਹੀਂ। ਇਹ ਨਿਮਰਤਾ, ਗਰੀਬੀ। ਜਿਹੜਾ ਇਸ ਘਰ 'ਚ ਦਾਸ ਬਣਦਾ ਹੈ ਉਹਨੂੰ ਵਡਿਆਈ ਮਿਲਦੀ ਹੈ, ਉਹ ਬਹੁਤ ਕੁਝ ਲੈ ਜਾਂਦਾ ਹੈ। ਅਤੇ ਜਿਹੜਾ ਸਵਾਮੀ ਚੌਧਰੀ ਬਣਨ ਦੀ ਕੋਸ਼ਿਸ਼ ਕਰਦਾ ਹੈ ਉਹ ਖਾਲੀ ਰਹਿ ਜਾਂਦਾ। ਇਸ ਕਰਕੇ ਮਹਾਰਾਜ ਦੱਸਦੇ ਹਨ, ਦਾਸ ਕਮੀਰ ਚੜਿਓ ਗੜ ਉੱਪਰ। ਜਦੋਂ ਅਸੀਂ ਦਾਸਾ ਭਾਵ ਧਾਰ ਲਿਆ ਮਨ 'ਚੋਂ, ਇਹ ਹਉਮੈ ਆਦਿਕ ਬਕਾਰ ਨਾਸ ਹੋ ਗਏ। ਇਹ ਜਿਹੜਾ ਗੜ ਸੀ ਅਤੇ ਇਹਦੇ ਉੱਪਰ ਝੜ ਗਏ। ਪੰਜਾਂ ਬਕਾਰਾਂ ਨੂੰ ਖਤਮ ਕਰਕੇ ਦਸਮ ਦੁਆਰਾ ਅਗਮ ਪਾਰਾ ਪਰਮਪੁਰ ਕੀ ਘਾਟੀ, ਇਸ ਅਵਸਥਾ ਨੂੰ, ਸੱਚਖੰਡੀ ਅਵਸਥਾ ਨੂੰ ਅਸੀਂ ਪ੍ਰਾਪਤ ਕਰਨਾ ਕੀਤਾ ਹੈ। ਰਾਜ ਲਿਓ ਅਬਿਨਾਸੀ। ਕਹਿੰਦੇ ਆ ਜਿਹੜੇ ਰਾਜ ਹੈ ਤਾਂ ਆਉਂਦੇ ਜਾਂਦੇ ਰਹਿੰਦੇ ਨਾ। ਅਵਿਨਾਸ਼ੀ ਜਿਹੜਾ ਰਾਜ ਕਦੀ ਨਾਸ ਹੀ ਨਹੀਂ ਹੁੰਦਾ। ਇਹ ਤਾਂ ਜਿੰਨੀ ਦੀ ਤਾਂ ਕੋਈ ਸੀਮਾ ਹੈ ਨਾ। ਜਿਹਨੂੰ ਆਤਮਾ ਦਾ ਸਮਰਾਜ ਮਿਲ ਗਿਆ, ਜਿੱਥੇ ਜਾਓ ਜੈ ਜੈਕਾਰ ਉੱਥੇ ਹੁੰਦੀ ਹੈ, ਉੱਥੇ ਜੈ ਜੈਕਾਰ ਹੁੰਦੀ ਹੈ। ਜਿਵੇਂ ਮੁਹੰਮਦ ਗਜ਼ਨਵੀ ਸੀ ਨਾ, ਉਹ ਸ਼ੇਖ ਸ਼ਾਦੀ ਜੀ ਦੇ ਪਾਸ ਗਏ, ਕਹਿਣ ਲੱਗੇ ਮਹਾਰਾਜ ਕੋ ਉਪਦੇਸ਼ ਦਿਓ। ਕਹਿਣ ਲੱਗੇ ਰਾਤ ਨੂੰ ਕਿੰਨਾ ਸੋਨਾ ਹੈ? ਮਹਾਰਾਜ ਨਹੀਂ ਸੋਨਾ ਹੈ, ਰਾਜ ਸਾਜ ਦੇ ਕੰਮ ਬੜੇ ਹੁੰਦੇ ਹੈ, ਥੋੜ੍ਹੀ ਨੀਂਦ ਲਈ ਦਿਨਾਂ ਨੂੰ। ਕਹਿੰਦੇ ਦਿਨਾਂ ਨੂੰ ਤਾਂ ਬਹੁਤ ਘੱਟ। ਤੁਹਾਨੂੰ ਫਿਰ ਕਹਿੰਦੇ ਇਹ ਉਪਦੇਸ਼ ਆ, ਰਾਤ ਨੂੰ ਵੀ ਰੱਜ ਕੇ ਸੋਇਆ ਕਰੋ ਅਤੇ ਦਿਨਾਂ ਨੂੰ ਵੀ। ਕਹਿਣ ਲੱਗੇ ਮਹਾਰਾਜ ਐਸਾ ਤਾਂ ਉਪਦੇਸ਼ ਕੋਈ ਵੀ ਨਹੀਂ ਦਿੰਦਾ ਹੈ, ਤੁਸੀਂ ਆਹ ਅਣੋਖਾ ਜਿਹਾ ਉਪਦੇਸ਼ ਮੈਨੂੰ ਦੇ ਦਿੱਤਾ ਕਿ ਦਿਨ ਰਾਤ ਰੱਜ ਕੇ ਸੋਇਆ ਕਰੋ। ਕਹਿਣ ਲੱਗੇ ਹਾਂ ਠੀਕ ਹੀ ਉਪਦੇਸ਼ ਦਿੱਤਾ ਹੈ। ਕਹਿੰਦੇ ਇਹਦਾ ਭਾਵ ਇਹ ਸਮਝ ਨਹੀਂ ਆਇਆ। ਕਹਿੰਦੇ ਰਾਜੇ ਲੋਕ ਜਿੰਨਾ ਜ਼ਿਆਦਾ ਸੁੱਤੇ ਰਹਿਣਗੇ ਪਰਜਾ ਉਨਾ ਹੀ ਆਰਾਮ ਕਰੂਗੀ। ਜਦੋਂ ਇਹ ਜਾਗਦੇ ਰਹਿਣਗੇ ਪਰਜਾ ਨੂੰ ਸੂਲੀ ਟੰਗਣਗੇ। ਦੇਖੋ ਮਹਾਂਪੁਰਖਾਂ ਦੇ ਬਚਨ। ਸ਼ੇਖ ਸ਼ਾਦੀ ਜੀ ਕਹਿਣ ਲੱਗੇ ਇਹ ਰਾਜੇ ਲੋਕ ਜ਼ਿਆਦਾ ਸੁੱਤੇ ਰਹਿਣਗੇ, ਪਰਜਾ ਉਨਾ ਹੀ ਆਰਾਮ ਕਰੇਗੀ। ਜਦੋਂ ਇਹ ਜਾਗਦੇ ਆ ਜ਼ੁਲਮ ਕਰਦੇ ਆ, ਪਰਜਾ ਨੂੰ ਸੂਲੀ 'ਤੇ ਟੰਗਦੇ ਹਨ, ਪਰਜਾ ਸੁੱਖ ਨਹੀਂ ਲੈ ਸਕਦੀ। ਮਹਾਂਪੁਰਖਾਂ ਦੇ ਨੁਕਤੇ ਦੇਖ ਲਓ ਕੈਸੇ ਹੁੰਦੇ। ਸੋ ਇਸ ਕਰਕੇ ਕਹਿੰਦੇ ਸੰਤਨ ਕੀ ਬਾਤ ਬਾਤ ਮੈਂ ਬਾਤ, ਜੋ ਕੇਲੇ ਕੇ ਪਾਤ ਪਾਤ ਮੈਂ ਪਾਤ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਇਹ ਅਵਿਨਾਸ਼ੀ ਰਾਜ ਜਿਹੜਾ ਸੀ ਸਵਾਮੀ ਰਾਮਾਨੰਦ ਜੀ ਦੀ ਕਿਰਪਾ ਦੇ ਨਾਲ ਦਾਸਾ ਭਾਵ ਧਾਰ ਕੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਉਸ ਉਪਦੇਸ਼ ਦੇ ਅਨੁਕੂਲ ਅਸੀਂ ਆਪਣਾ ਜੀਵਨ ਬਣਾਇਆ। ਅਤੇ ਅਵਿਨਾਸ਼ੀ ਰਾਜ ਜਿਹੜਾ ਕਦੀ ਆਉਣ ਜਾਣ ਵਾਲਾ ਨਹੀਂ, ਨਿਕੰਟਕ ਰਾਜ ਸਦਾ ਹਰ ਘੇਰਾ, ਨਾ ਆਵੈ ਨਾ ਜਾਈ, ਐਸਾ ਰਾਜ ਪ੍ਰਾਪਤ ਕਰ ਲਿਆ ਹੈ। ਇਹ ਸਤਸੰਗੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ 'ਚੋਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਪਾਤਰ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਭਗਤ ਬਾਣੀ ਵਿੱਚੋਂ ਸ਼ਬਦ ਦੀ ਵਿਚਾਰਧਾਰਾ ਬੜੀ ਮਹਿੰਗੀ ਸੀ, ਉਹ ਆਪ ਜੀ ਨੇ ਸ਼ਰਵਣ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਵਿਚਾਰਾਂ ਸਾਡੇ ਹਿਰਦੇ ਵਿੱਚ ਨਿਵਾਸ ਕਰਨ, ਤਾਂ ਜੋ ਅਸੀਂ ਵੀ ਗੁਰੂ ਮਹਾਰਾਜ ਦੇ ਚਰਨਾਂ ਦੀ ਭਗਤੀ ਧਾਰਨ ਕਰਕੇ ਆਪਣੇ ਹਿਰਦੇ ਦੇ ਜਿਹੜੇ ਵਿਕਾਰ ਇਹਨਾਂ ਨੂੰ ਦੂਰ ਕਰਕੇ, ਇਹ ਹਿਰਦੇ ਨੂੰ ਸ਼ੁੱਧ ਕਰਕੇ ਉਸ ਅਵਿਨਾਸ਼ੀ ਪ੍ਰੀਤਮ ਦਾ ਦਰਸ਼ਨ ਕਰਕੇ ਇਸ ਅਵਸਥਾ ਨੂੰ ਪ੍ਰਾਪਤ ਕਰਕੇ ਸਦਾ ਵਾਸਤੇ ਜੋ ਆਤਮਿਕ ਸੁੱਖ ਰੂਹਾਨੀ ਸੁੱਖ ਹੈ
ਉਸ ਨੂੰ ਪ੍ਰਾਪਤ ਕਰਕੇ ਇਹ ਜੀਵਨ ਯਾਤਰਾ ਸਫਲ ਕਰਦੇ ਹੋਏ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਵੀ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਕੇ ਸਾਨੂੰ ਸਾਰਿਆਂ ਨੂੰ ਸੋਝੀ ਸਮੱਤ ਬਖਸ਼ਿਸ਼ ਕਰਨ। ਨਾਮਦਾਨ, ਸਿੱਖੀ, ਸਿਦਕ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗੁਰਪੁਰਬ ਬਹੁਤ ਮਨਾਏ ਹੈ। 500 ਸਾਲੇ ਵੀ, 400 ਸਾਲੇ, 300 ਸਾਲੇ। ਸਾਡਾ ਆਖਰ ਵੀ ਲੱਗਿਆ। ਹੁਣ ਵੀ ਮਹਾਰਾਜ ਦਾ ਇਹ ਪੁਰਬ ਆ ਰਿਹਾ ਹੈ। ਸੋ ਗੁਰੂ ਮਹਾਰਾਜ ਦੇ ਬਚਨਾਂ 'ਤੇ ਅਮਲ ਕਰਾਂਗੇ, ਫਿਰ ਤਾਂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ। ਸੋ ਗੁਰੂ ਮਹਾਰਾਜ ਮਿਹਰ ਕਰਨ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਗਿਆਨੀ ਜੀ ਤੋਂ ਆਨੰਦ ਸਾਹਿਬ ਦਾ ਪਾਠ ਸੁਣੋ, ਫਿਰ ਅਰਦਾਸ, ਫਿਰ ਸ਼੍ਰੀ ਮੁਖ ਵਾਕ ਪ੍ਰਸ਼ਾਦ ਲੈ ਕੇ ਜਾਣ ਦੀ ਕਿਰਪਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।